ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਜੁੜ ਚੁੱਕੇ ਹੋ ਇਸ ਸ਼ਾਮ ਦੀ ਗੁਰਬਾਣੀ ਸੰਥਿਆ ਦੀ ਕਲਾਸ ਵਿੱਚ, ਜਿਸ ਵਿੱਚ ਆਪਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਸੰਥਿਆ ਅਤੇ ਨਾਲ ਹੀ ਵਿਚਾਰ ਕਰ ਰਹੇ ਹਾਂ। ਕਿਉਂਕਿ ਸਤਿਗੁਰਾਂ ਦੀ ਇਹ ਜਿਹੜੀ ਪਾਵਨ ਬਾਣੀ ਹੈ, ਇਹ ਨਾਮ ਦਾ ਮਹਾਤਮ ਇਸ ਬਾਣੀ ਦੇ ਵਿੱਚ ਦੱਸਿਆ ਹੈ ਸਤਿਗੁਰਾਂ ਨੇ ਕਿ ਭਾਈ ਨਾਮ ਜਪਣ ਨਾਲ ਕੀ ਪ੍ਰਾਪਤੀਆਂ ਹੁੰਦੀਆਂ, ਨਾਮ ਦੀ ਕਿੰਨੀ ਕੁ ਮਹਿਮਾ ਹੈ, ਉਹ ਸਤਿਗੁਰਾਂ ਨੇ ਇਸ ਪਾਵਨ ਬਾਣੀ ਦੇ ਅੰਦਰ ਕਹੀ ਹੈ। ਸੋ ਆਪ ਸਭ ਸੰਗਤ ਜੋ ਜੁੜ ਚੁੱਕੀ, ਆਪ ਸਭ ਦਾ ਧੰਨਵਾਦ। 2 ਅਸ਼ਟਪਦੀਆਂ ਸਮੇਤ ਸ਼ਲੋਕ ਆਪਾਂ ਇਸ ਬਾਣੀ ਦੀ ਸੰਥਿਆ ਤੇ ਵਿਚਾਰ ਕਰ ਚੁੱਕੇ ਹਾਂ। ਅੱਜ ਤੀਸਰੇ ਸ਼ਲੋਕ ਤੋਂ ਆਪਾਂ ਆਰੰਭਤਾ ਕਰਨੀ ਹੈ ਤੇ ਅਸ਼ਟਪਦੀ ਜਿਹੜੀ ਹੈ ਉਹ ਅੱਜ ਆਪਾਂ ਆਰੰਭ ਕਰਨੀ ਹੈ। ਸੋ ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਜੁੜਦੇ ਹੋ। ਸੋ ਆਪਾਂ ਸਤਿਗੁਰਾਂ ਦੀ ਦਇਆ ਸਦਕਾ ਆਓ, ਜੋ ਸਤਿਗੁਰਾਂ ਨੇ ਇਸ ਤੀਸਰੇ ਸ਼ਲੋਕ ਦੇ ਅੰਦਰ ਬਖਸ਼ਿਸ਼ ਕੀਤੀ ਆ, ਇਹਨੂੰ ਵਿਚਾਰਨ ਦਾ ਯਤਨ ਕਰੀਏ। ਆਪ ਜੀ ਨੇ ਇਕਾਗਰਤਾ ਸਹਿਤ ਇਸੇ ਤਰ੍ਹਾਂ ਜੁੜੇ ਰਹਿਣਾ। ਸੋ ਆਓ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧਿਆਨ ਧਰ ਕੇ ਤੇ ਆਪਾਂ ਇਸ ਪਾਵਨ ਬਾਣੀ ਦੀ ਸੰਥਿਆ ਆਰੰਭ ਕਰਦੇ ਹਾਂ। ਸਤਿਗੁਰੂ ਬਖਸ਼ਿਸ਼ ਕਰਦੇ ਹਨ। ਸ਼ਲੋਕ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਾਵਨ ਸ਼ਲੋਕ ਦੇ ਅੰਦਰ ਤੇ ਇਸ ਅਸ਼ਟਪਦੀ ਦੇ ਅੰਦਰ ਇਹ ਬਖਸ਼ਿਸ਼ ਕਰਦੇ ਆ ਕਿ ਭਾਈ ਨਾਮ ਦੇ ਬਰਾਬਰ ਹੋਰ ਕੋਈ ਵੀ ਵਸਤੂ ਨਹੀਂ ਹੈ। ਨਾਮ ਕਿੰਨਾ ਵੱਡਾ ਹੈ, ਨਾਮ ਦੀ ਕਿੰਨੀ ਮਹਾਨਤਾ ਹੈ, ਅੱਜ ਇਸ ਪਾਵਨ ਬਾਣੀ 'ਚ ਸਤਿਗੁਰਾਂ ਨੇ ਦੱਸਣਾ ਕਰਨੀ ਹੈ। ਸੋ ਸਤਿਗੁਰੂ ਸ਼ਲੋਕ ਅੰਦਰ ਬਖਸ਼ਿਸ਼ ਕਰਦੇ ਆ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ। ਸਤਿਗੁਰੂ ਕਹਿੰਦੇ ਕਿ ਮੈਂ ਜਿੰਨੇ ਵੀ ਸ਼ਾਸਤਰ ਲਿਖੇ ਗਏ ਆ, 6 ਸ਼ਾਸਤਰ ਤੇ ਸਿਮਰਤੀਆਂ ਜਿਹੜੀਆਂ ਲਿਖੀਆਂ ਗਈਆਂ, ਉਹਨਾਂ ਨੂੰ ਮੈਂ ਚੰਗੀ ਤਰ੍ਹਾਂ ਢੰਡੋਲ ਕੇ ਖੋਜ ਕੇ ਦੇਖ ਲਿਆ ਹੈ। ਜਾਂ ਭਾਈ ਸਿੱਖਾ, ਤੂੰ ਭਾਵੇਂ ਜਿੰਨੀਆਂ ਮਰਜ਼ੀ ਸ਼ਾਸਤਰਾਂ ਦੀਆਂ ਕਿਤਾਬਾਂ ਪੜ੍ਹ ਕੇ ਫੋਲ ਕੇ ਦੇਖ ਲਾ, ਸਿਮਰਤੀਆਂ ਪੜ੍ਹ ਕੇ ਦੇਖ ਲਾ, ਉਹਨਾਂ ਨੂੰ ਢੰਡੋਲ ਫੋਲ ਕੇ ਦੇਖ ਲਾ। ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਸਤਿਗੁਰੂ ਕਹਿੰਦੇ ਇਹ ਜਿੰਨੀਆਂ ਕਿਤਾਬਾਂ, ਜਿੰਨੇ ਵੀ ਸ਼ਾਸਤਰ ਸਿਮਰਤੀਆਂ ਹਨ, ਇਹ ਪਰਮੇਸ਼ਰ ਦੇ ਨਾਮ ਦੇ ਬਰਾਬਰ ਕੁਝ ਵੀ ਨਹੀਂ। ਪੂਜਸ ਨਾਹੀ ਹਰ ਹਰੇ, ਨਹੀਂ ਪੁੱਜਦੇ ਪਰਮੇਸ਼ਰ ਦੇ ਨਾਮ ਤੱਕ। ਜਿੰਨਾ ਮਹਾਨ, ਜਿੰਨਾ ਵੱਡਾ ਪਰਮੇਸ਼ਰ ਦਾ ਨਾਮ ਹੈ, ਉਹਦੇ ਤੱਕ ਇਹ ਜਿਹੜੇ ਸਿਮਰਤੀਆਂ ਸ਼ਾਸਤਰ ਨਹੀਂ ਪਹੁੰਚ ਕਰਦੇ। ਭਾਵ ਇਹਨਾਂ ਦੀ ਮਹਾਨਤਾ ਘੱਟ ਹੈ ਨਾਮ ਤੋਂ। ਨਾਮ ਸਰੋਮਣ ਹੈ, ਰਾਮ ਸਭ ਤੋਂ ਵੱਡਾ ਹੈ। ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਸਤਿਗੁਰੂ ਕਹਿੰਦੇ ਨਾਮ ਭਾਈ ਸਿੱਖਾ ਵੱਡਾ ਹੈ, ਨਾਮ ਅਮੋਲ ਹੈ, ਨਾਮ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ। ਇਸ ਕਰਕੇ ਨਾਮ ਨੂੰ ਜਪ, ਨਾਮ ਨੂੰ ਧਿਆ ਤੇ ਇਹਨਾਂ ਸਿਮਰਤੀਆਂ ਸ਼ਾਸਤਰਾਂ ਦੇ ਵਿੱਚੋਂ ਨਿਕਲ, ਇਹਨਾਂ ਵਿਚਾਰਾਂ ਚੋਂ, ਇਹਨਾਂ ਪਖੰਡਾਂ ਦੇ ਵਿੱਚੋਂ ਨਿਕਲ ਤੇ ਪਰਮੇਸ਼ਰ ਦਾ ਨਿਰੋਲ ਜੋ ਨਾਮ ਹੈ ਉਹਨੂੰ ਜਪਣਾ ਕਰ। ਕਿਉਂ? ਕਿਉਂਕਿ ਨਾਮ ਦਾ ਕੋਈ ਮੁੱਲ ਨਹੀਂ, ਨਾਮ ਦੇ ਬਰਾਬਰ ਕੋਈ ਵੀ ਨਹੀਂ ਪਹੁੰਚ ਸਕਦਾ। ਅਸ਼ਟਪਦੀ, ਸਤਿਗੁਰੂ ਅਸ਼ਟਪਦੀ ਦੇ ਵਿੱਚ ਬਿਆਨ ਕਰਦੇ ਹਨ। ਜਾਪ ਤਾਪ ਗਿਆਨ ਸਭ ਧਿਆਨ। ਹੁਣ ਸਤਿਗੁਰਾਂ ਨੇ ਦੱਸਣਾ ਕੀਤਾ ਕਿ ਨਾਮ ਸਭ ਤੋਂ ਵੱਡਾ ਕਿਵੇਂ ਹੈ। ਸਤਿਗੁਰ ਕਹਿੰਦੇ ਆ ਜਾਪ ਤਾਪ ਗਿਆਨ ਸਭ ਧਿਆਨ। ਕਈ ਮਨੁੱਖ ਜਾਪ ਕਰਦੇ ਆ, ਵੇਦਾਂ ਦਾ ਮੰਤਰ ਪੜ੍ਹ ਪੜ੍ਹ ਕੇ, ਦੇਵਤਿਆਂ ਦਾ ਨਾਮ ਲੈ ਲੈ ਕੇ ਸਹਿਜੇ ਸਹਿਜੇ ਉਚਾਰਦੇ ਆ, ਵੇਦਾਂ ਦੇ ਮੰਤਰਾਂ ਦੇ ਨਾਲ ਜਾਪ ਕਰਦੇ ਆ। ਫਿਰ ਤਾਪ, ਤਾਪ ਸਰੀਰ ਨੂੰ ਧੂਣੀਆਂ ਆਦਿਕ ਦੇ ਕੇ ਕਈ ਕਸ਼ਟ ਸਹਿੰਦੇ ਆ, ਆਪਣੀਆਂ ਇੰਦਰੀਆਂ ਨੂੰ ਦੁੱਖ ਦਿੰਦੇ ਆ। ਕੋਈ ਪਾਣੀ ਦੇ ਵਿੱਚ ਖਲੋ ਕੇ ਤਪ ਕਰਦਾ ਹੈ, ਕੋਈ ਅੱਗ ਦੇ ਕੋਲ ਬਹਿ ਕੇ ਤਪ ਕਰਦਾ ਹੈ, ਕੋਈ ਪੁੱਠਾ ਲਟਕ ਕੇ ਰੁੱਖਾਂ ਨਾਲ ਤਪ ਕਰਦਾ ਹੈ। ਮਹਾਰਾਜ ਕਹਿੰਦੇ ਜਾਪ ਤਾਪ ਗਿਆਨ ਸਭ ਧਿਆਨ। ਤੇ ਕਈ ਵੱਡੀਆਂ ਵੱਡੀਆਂ ਪੁਸਤਕਾਂ, ਵੱਡੇ ਵੱਡੇ ਗ੍ਰੰਥ ਪੜ੍ਹਨ ਦੇ ਵਿੱਚ ਲੱਗੇ ਰਹਿੰਦੇ ਆ ਕਿ ਸਾਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏ, ਤੇ ਸਭ ਧਿਆਨ। ਤੇ ਕਈ ਐਸੇ ਹਨ ਜਿਹੜੇ ਧਿਆਨ ਲਾ ਕੇ ਬੈਠੇ ਰਹਿੰਦੇ ਆ, ਹਰ ਸਮੇਂ
ਜਿਹੜਾ ਹੈ ਚੌਂਕੜਾ ਮਾਰ ਕੇ ਹਰ ਸਮੇਂ ਪਰਮੇਸ਼ਰ 'ਚ ਧਿਆਨ ਲਾਉਣ ਦੀ ਜ਼ਰੂਰਤ। ਵਾਹਿਗੁਰੂ ਪਰਮੇਸ਼ਰ 'ਚ ਧਿਆਨ ਲਾਉਣ ਦਾ ਜਿਹੜਾ ਕਰਮ ਕਰਦੇ ਆ, ਜਿਵੇਂ ਜੋਗੀ ਲੋਕ ਬੈਠ ਜਾਂਦੇ ਆ। ਸਤਿਗੁਰ ਕਹਿੰਦੇ ਆ ਜਾਪ ਤਾਪ ਗਿਆਨ ਸਭ ਧਿਆਨ। ਜਾਪ ਤਾਪ ਗਿਆਨ ਤੇ ਧਿਆਨ, ਜਿੰਨਾ ਮਰਜੀ ਮਨੁੱਖ ਇਹਨਾਂ ਦੇ ਵਿੱਚ ਲੱਗਾ ਰਵੇ, ਜਿੰਨਾ ਮਰਜੀ ਜਪ ਕਰ ਲੇ, ਜਿੰਨਾ ਮਰਜੀ ਤਪ ਕਰ ਲੇ, ਜਿੰਨਾ ਮਰਜੀ ਗਿਆਨ ਇਕੱਠਾ ਕਰ ਲੇ, ਤੇ ਜਿੰਨਾ ਮਰਜੀ ਸ਼ਿਵ ਵਾਂਗੂ ਸਮਾਧੀ ਲਾ ਕੇ ਬੈਠਾ ਰਵੇ, ਧਿਆਨ ਜੋੜ ਕੇ ਬੈਠਾ ਰਵੇ। ਖੱਟ ਸ਼ਾਸਤਰ ਸਿਮਰਤ ਵਖਿਆਨ। ਹਾਂ, ਖੱਟ ਸ਼ਾਸਤਰ ਸਿਮਰਤ ਵਖਿਆਨ। ਸਤਿਗੁਰੂ ਕਹਿੰਦੇ ਖੱਟ, ਖੱਟ ਦਾ ਅਰਥ ਹੁੰਦਾ 6 ਸ਼ਾਸਤਰ ਸਿਮਰਤ, ਸਿਮਰਤੀਆਂ ਜਿਹੜੀਆਂ ਬਣਾਈਆਂ ਹਨ, ਜਿਵੇਂ ਮਨੂ ਸਿਮਰਤੀ ਆਦਿ, ਜਿਨ੍ਹਾਂ ਦੇ ਵਿੱਚ ਕਰਮ ਆਦਿਕ ਦੱਸੇ ਗਏ ਆ। ਵਖਿਆਨ, ਵਖਿਆਨ ਕਰਨਾ ਭਾਵ ਉਪਦੇਸ਼ ਕਰਨਾ। ਸਤਿਗੁਰੂ ਕਹਿੰਦੇ ਭਾਵੇਂ ਕੋਈ ਇਹਨਾਂ 6 ਸ਼ਾਸਤਰਾਂ ਦਾ ਵਖਿਆਨ ਕਰੀ ਜਾਵੇ, ਸਿਮਰਤੀਆਂ ਨੂੰ ਪੜ੍ਹ ਪੜ੍ਹ ਸੁਣਾਈ ਜਾਵੇ ਤੇ ਆਪ ਵੀ ਸੁਣੀ ਜਾਵੇ, ਸਤਿਗੁਰੂ ਕਹਿੰਦੇ ਤਾਂ ਵੀ ਯੋਗ ਅਭਿਆਸ ਕਰਮ ਧਰਮ ਕਿਰਿਆ। ਕੋਈ ਯੋਗ ਅਭਿਆਸ ਦੇ ਵਿੱਚ ਲੱਗਾ ਰਵੇ, ਕਈ ਤਰ੍ਹਾਂ ਦਾ ਅਸ਼ਟਾਂਗ ਯੋਗ ਕਰੇ, ਯੋਗ ਅਭਿਆਸ ਕਰਮ ਧਰਮ ਕਿਰਿਆ, ਤੇ ਫਿਰ ਕਰਮ ਕਰੇ ਕਈ ਤਰ੍ਹਾਂ ਦੇ, ਧਰਮ ਕਿਰਿਆ, ਧਰਮ ਦੀ ਕਿਰਿਆ ਕਰੇ, ਤਰ੍ਹਾਂ ਤਰ੍ਹਾਂ ਦੇ ਕਰਮਕਾਂਡੀ ਧਰਮ ਜਿਹੜੇ ਹਨ ਉਹਨਾਂ ਨੂੰ ਅਪਣਾਵੇ, ਜੋ ਕਰਮਕਾਂਡ ਹਨ ਉਹਨਾਂ ਨੂੰ ਅਪਣਾਵੇ। ਕਿਤੇ ਕਿਸੇ ਦੇਵਤੇ ਦੇ ਅੱਗੇ ਝੁਕੇ, ਕਿਸੇ ਦੇਵਤੇ ਦੀ ਪੂਜਾ ਕਰੇ, ਦਿਨ ਵੇਲੇ ਕਿਸੇ ਸੂਰਜ ਨੂੰ ਪਾਣੀ ਦੇਵੇ, ਸ਼ਾਮ ਨੂੰ ਚੰਦਰਮਾ ਨੂੰ ਨਮਸਕਾਰ ਕਰੇ, ਭਾਵੇਂ ਪੱਛਮ ਵੱਲ ਨੂੰ ਨਮਸਕਾਰ ਕਰੇ, ਭਾਵੇਂ ਪੂਰਬ ਵੱਲ ਨੂੰ ਨਮਸਕਾਰ ਕਰੇ। ਇਹ ਕਰਮ ਹਨ ਧਰਮ ਦੇ। ਸਤਿਗੁਰੂ ਕਹਿੰਦੇ ਯੋਗ ਅਭਿਆਸ ਕਰਮ ਧਰਮ ਕਿਰਿਆ, ਇਹ ਜਿੰਨੀਆਂ ਕਿਰਿਆਵਾਂ ਕਰੇ ਭਾਵੇਂ ਮਨੁੱਖ। ਸਤਿਗੁਰਾਂ ਨੇ ਅਜੇ ਨਾਮ ਦੀ ਗੱਲ ਨਹੀਂ ਕਰ ਰਹੇ, ਇਹਨਾਂ ਸਾਰਿਆਂ ਦੀ ਗੱਲ ਕਰ ਰਹੇ ਵੀ ਕੋਈ ਮਨੁੱਖ ਜਾਪ ਕਰਦਾ ਹੈ, ਕੋਈ ਤਾਪ ਕਰਦਾ ਹੈ, ਕੋਈ ਗਿਆਨੀ ਹੈ, ਕੋਈ ਧਿਆਨੀ ਹੈ, ਕੋਈ 6 ਸ਼ਾਸਤਰਾਂ ਨੂੰ ਪੜ੍ਹਦਾ ਹੈ, ਕੋਈ ਸਿਮਰਤੀਆਂ ਦਾ ਵਖਿਆਨ ਕਰਦਾ ਹੈ, ਕੋਈ ਯੋਗ ਅਭਿਆਸ ਕਰਦਾ ਹੈ, ਕੋਈ ਕਰਮ ਧਰਮ ਕਿਰਿਆ ਕਰਦਾ ਹੈ, ਕਈ ਤਰ੍ਹਾਂ ਦੇ ਧਰਮਾਂ ਦੀ ਕਿਰਿਆ ਕਰਦਾ ਹੈ ਮਨੁੱਖ। ਸਗਲ ਤਿਆਗ ਬਨ ਮਦੇ ਫਿਰਿਆ, ਤੇ ਕੋਈ ਹੈ ਜਿਹੜਾ ਸਾਰਾ ਕੁਝ ਤਿਆਗ ਕੇ, ਸੰਸਾਰ ਤਿਆਗ ਕੇ, ਕਰਮ ਸਗਲ ਤਿਆਗ ਬਨ ਮਦੇ ਫਿਰਿਆ। ਸਾਰਾ ਕੁਝ ਤਿਆਗ ਕੇ, ਬਨ ਦਾ ਅਰਥ ਹੁੰਦਾ ਹੈ ਜੰਗਲ, ਮਦੇ ਵਿਚਕਾਰ, ਜੰਗਲ ਦੇ ਵਿੱਚ ਭੱਜਾ ਫਿਰੇ, ਤੁਰਿਆ ਫਿਰੇ ਕਿ ਮੈਨੂੰ ਪਰਮੇਸ਼ਰ ਮਿਲ ਜਾਵੇ, ਸੰਸਾਰ ਨੂੰ ਤਿਆਗ ਦੇਵੇ, ਤਿਆਗੀ ਬਣ ਜੇ, ਤੇ ਜੰਗਲ ਦੇ ਵਿੱਚੋਂ ਕੰਧ ਮੂਲ ਖਾ ਕੇ ਤੁਰਿਆ ਫਿਰੇ ਜੰਗਲ ਦੇ ਵਿੱਚ ਕਿ ਮੈਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜੇ। ਅਨੇਕ ਪ੍ਰਕਾਰ ਕੀਏ ਬਹੁ ਯਤਨਾ, ਅਨੇਕਾਂ ਪ੍ਰਕਾਰ ਦੇ ਮਨੁੱਖ ਯਤਨ ਕਰੇ, ਅਨੇਕਾਂ ਪ੍ਰਕਾਰ ਦੇ, ਕੋਈ ਵੀ ਕਾਰਜ, ਕੋਈ ਵੀ ਕਰਮ, ਕੋਈ ਕਿਸੇ ਪ੍ਰਕਾਰ ਦਾ ਵੀ ਕੋਈ ਵੀ ਜਿਹੜਾ ਹੈ ਕਰਮ ਕਾਂਡ ਕਰੀ ਜਾਵੇ। ਅਨੇਕ ਪ੍ਰਕਾਰ ਕੀਏ ਬਹੁ ਯਤਨਾ, ਕਾਹਦੇ ਵਾਸਤੇ? ਪਰਮੇਸ਼ਰ ਨੂੰ ਮਿਲਣ ਵਾਸਤੇ ਯਤਨ ਕਰੇ। ਪੁੰਨ ਦਾਨ ਹਉਮੈ ਬਹੁ ਰਤਨਾ, ਪੁੰਨ ਦਾਨ ਵੀ ਕਰੇ। ਹਉਮੈ ਦਾ ਅਰਥ ਇੱਥੇ ਹਉਮੈ ਨਹੀਂ ਆ, ਭਾਵ ਹੰਕਾਰ ਨਹੀਂ ਹੈ। ਹਉਮੈ ਦਾ ਅਰਥ ਇੱਥੇ ਹੈ ਹੋਮ ਜਗ ਜਿਹਨੂੰ ਕਹਿੰਦੇ ਆ, ਅੱਗ ਬਾਲ ਕੇ ਹਵਨ ਜਿਹਨੂੰ ਕਹਿੰਦੇ ਆ ਕਰਨਾ, ਉਹਦਾ ਅਰਥ ਹੈ ਇੱਥੇ। ਕੋਈ ਪੁੰਨ ਦਾਨ ਕਰੀ ਜਾਵੇ, ਕੋਈ ਜਿਹੜਾ ਹੈ ਉਹ ਹਵਨ ਕਰੀ ਜਾਵੇ। ਬਹੁ ਰਤਨਾ, ਤੇ ਰਤਨਾ ਦਾ ਅਰਥ ਹੈ ਘਿਓ, ਘਿਓ ਪਾ ਪਾ ਕੇ ਜਿਹੜਾ ਹੈ ਭਾਵੇਂ ਕੋਈ ਬੈਠ ਕੇ ਹੋਮ ਜਗ ਕਰੀ ਜਾਵੇ, ਜਗ ਕਰੀ ਜਾਵੇ, ਦਾਨ ਦੇਈ ਜਾਵੇ, ਪੁੰਨ ਕਰਮ ਕਰੀ ਜਾਵੇ। ਸਰੀਰ ਕਟਾਏ ਹਉਮੈ ਕਰ ਰਾਤੀ, ਸਰੀਰ ਕਟਾਏ ਹਉਮੈ ਕਰ ਰਾਤੀ। ਸਤਿਗੁਰੂ ਕਹਿੰਦੇ ਸਰੀਰ ਨੂੰ ਕਟਾ ਕੇ, ਰੱਤੀ ਰੱਤੀ ਕਟਾ ਕੇ ਭਾਵੇਂ ਅੱਗ ਦੇ ਵਿੱਚ ਸਾੜ ਦੇਵੇ। ਐਸੇ ਜਿਹੜੇ ਕਰਮ ਮਨੁੱਖ ਕਰੇ, ਸਰੀਰ ਆਪਣੇ ਨੂੰ ਕਟਾ ਕੇ ਅੱਗ ਦੇ ਵਿੱਚ ਸਾੜ ਦੇਵੇ। ਹਉਮੈ ਕਰ ਰਾਤੀ, ਹਉਮੈ ਦਾ ਅਰਥ ਅੱਗ, ਕਰ ਰਾਤੀ, ਰਾਤੀ ਦਾ ਅਰਥ ਰੱਤੀ ਕਰਕੇ, ਤੋੜ ਕੇ, ਛੋਟਾ ਛੋਟਾ ਕਰਕੇ। ਵਰਤ ਨੇਮ ਕਰੇ ਬਹੁ ਭਾਂਤੀ, ਵਰਤ ਨੇਮ, ਕਈ ਤਰ੍ਹਾਂ ਦੇ ਵਰਤ ਰੱਖੇ, ਕਈ ਤਰ੍ਹਾਂ ਦੀਆਂ ਜਿਹੜੀਆਂ ਹਨ ਉਹ ਬੰਦੇਜਾਂ ਰੱਖੇ, ਕਈ ਤਰ੍ਹਾਂ ਦੇ ਵਰਤ ਰੱਖੇ ਕਿ ਮੈਂ ਅੱਜ ਆਹ ਨਹੀਂ ਖਾਣਾ, ਮੈਂ ਆਹ ਕਰਮ ਨਹੀਂ ਕਰਨਾ। ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਮਨੁੱਖ ਵਰਤ ਵੀ ਰੱਖੀ ਜਾਵੇ। ਨੇਮ ਕਰੇ ਵੱਖ ਵੱਖ ਤਰ੍ਹਾਂ ਦੇ ਕਿ ਮੈਂ ਆਹ ਕਾਰਜ ਇੰਨੇ ਵਜੇ ਕਰਨਾ, ਇੰਨੇ ਵਜੇ ਇਸ ਦੇਵਤੇ ਨੂੰ ਪੂਜਣਾ, ਇੰਨੇ ਵਜੇ ਇਸ ਦੇਵਤੇ ਨੂੰ ਪੂਜਣਾ, ਇੰਨੇ ਵਜੇ ਮੈਂ ਅੱਗ ਬਾਲ ਕੇ ਬੈਠਣਾ ਉਹਦੇ ਦੁਆਲੇ। ਇਹ ਨੇਮ ਹੈ। ਵਰਤ ਨੇਮ ਕਰੇ ਬਹੁ ਭਾਂਤੀ, ਕਈ ਤਰ੍ਹਾਂ ਦੇ ਜਿਹੜੇ ਆ ਉਹ ਵਰਤ ਨੇਮ ਵੀ ਕਰੇ। ਨਹੀਂ ਤੁਲ ਰਾਮ ਨਾਮ ਵਿਚਾਰ,
ਸਤਿਗੁਰ ਕਹਿੰਦੇ ਆ ਉੱਪਰ ਜਿੰਨੇ ਵੀ ਸਿੱਖਾ ਤੈਨੂੰ ਕਰਮ ਦੱਸੇ ਆ ਨਾ, ਇਹ ਜਿੰਨੇ ਵੀ ਕਰਮ ਹਨ ਇਹ ਨਾਮ ਦੇ ਤੁਲ ਰਾਮ ਨਾਮ ਵਿਚਾਰ ਪਰਮੇਸ਼ਰ ਦੇ ਨਾਮ ਦੇ ਬਰਾਬਰ ਨਹੀਂ ਪੁੱਜ ਸਕਦੇ। ਪ੍ਰਭੂ ਦੇ ਪਰਮੇਸ਼ਰ ਦੇ ਨਾਮ ਦੇ ਬਰਾਬਰ ਵਿਚਾਰ ਕਰਕੇ ਦੇਖ ਲਾ, ਇਹ ਨਹੀਂ ਪਹੁੰਚਣੀ। ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਸਤਿਗੁਰ ਕਹਿੰਦੇ ਭਰ ਪਰਮੇਸ਼ਰ ਦਾ ਨਾਮ ਜੇ ਕਿਤੇ ਇੱਕ ਵਾਰੀ ਜਪ ਲੈ ਨਾ, ਗੁਰੂ ਵੱਲ ਨੂੰ ਮੁਖ ਕਰਕੇ, ਗੁਰਮੁਖ ਨਾਮ ਜਪੀਐ ਇੱਕ ਵਾਰ, ਇੱਕ ਵਾਰੀ ਗੁਰੂ ਵੱਲ ਨੂੰ ਮੁਖ ਕਰਕੇ ਗੁਰੂ ਵੱਲੋਂ ਬਖਸ਼ਿਆ ਨਾਮ ਜਪੇਗਾ, ਇੱਕ ਵਾਰੀ ਜਪਣ ਦੇ ਨਾਲ ਤੈਨੂੰ ਇਹ ਉੱਪਰਲੇ ਕਰਮ ਜਿਹੜੇ ਆ ਉਹ ਨਹੀਂ ਕਰਨੇ ਪੈਣੇ। ਸੋ ਮੈਂ ਇੱਕ ਵਾਰੀ ਫੇਰ ਆਪ ਜੀ ਨਾਲ ਦੁਹਰਾ ਦੇਵਾਂ ਕਿ ਉੱਪਰ ਸਾਰੇ ਇਹ ਜਿੰਨੇ ਵੀ ਕਰਮ ਕਾਂਡ ਹਨ, ਸਭ ਤੋਂ ਪਹਿਲਾ ਕਰਮ ਕਾਂਡ ਕੀ ਹੈ? ਜਾਪ ਕਰਨਾ, ਵੇਦਾਂ ਦੇ ਮੰਤਰ ਲੈ ਕੇ ਉਹਨਾਂ ਦਾ ਦੁਬਾਰਾ ਵਾਰ-ਵਾਰ ਜਪਨ ਕਰੀ ਜਾਣਾ। ਤਪ ਕਰਨੇ, ਫਿਰ ਗਿਆਨੀ ਕੋਈ ਬਣ ਜਾਂਦਾ ਹੈ, ਸ਼ਸਤਰਾਂ ਸਿਮਰਤੀਆਂ ਨੂੰ ਪੜ੍ਹਦਾ ਹੈ, ਗਿਆਨ ਲੈਂਦਾ ਹੈ। ਕੋਈ ਧਿਆਨੀ, ਕੋਈ ਧਿਆਨ ਲਾ ਕੇ ਬੈਠਾ ਰਵੇ, ਭਾਵੇਂ ਖੱਟ ਸ਼ਾਸਤਰ 6 ਸ਼ਾਸਤਰਾਂ ਨੂੰ ਸਿਮਰਤੀਆਂ ਨੂੰ ਪੜ੍ਹੀ ਜਾਵੇ, ਵਿਖਿਆਨ ਉਹਨਾਂ ਦਾ ਕਰੀ ਜਾਵੇ, ਲੋਕਾਂ ਨੂੰ ਵੀ ਸੁਣਾਵੇ, ਯੋਗ ਅਭਿਆਸ ਦੇ ਵਿੱਚ ਲੱਗਾ ਰਵੇ, ਕਈ ਤਰ੍ਹਾਂ ਦੇ ਧਾਰਮਿਕ ਕਿਰਿਆ ਕਰਮ ਕਰੀ ਜਾਵੇ, ਕਿਤੇ ਕਿਸੇ ਦੇਵਤੇ ਦੇ ਅੱਗੇ ਫੁੱਲ ਚੜਾਈ ਜਾਵੇ, ਕਿਤੇ ਸੂਰਜ ਨੂੰ ਪਾਣੀ ਦਈ ਜਾਵੇ, ਇਹ ਸਾਰੇ ਕਰਮ ਧਰਮ ਦੇ ਕਰੀ ਜਾਵੇ। ਸਗਲ ਤਿਆਗ, ਸਾਰਾ ਕੁਝ ਛੱਡ ਕੇ ਜੰਗਲ ਦੇ ਵਿੱਚ ਬੰਨ ਮਧੇ ਫਿਰਿਆ, ਜੰਗਲ 'ਚ ਤੁਰਿਆ ਫਿਰੇ, ਅਨੇਕ ਪ੍ਰਕਾਰ ਕੀਏ ਬਹੁਤ ਯਤਨਾ, ਕਈ ਤਰ੍ਹਾਂ ਦੇ ਯਤਨ ਕਰੇ ਪਰਮੇਸ਼ਰ ਨੂੰ ਪਾਉਣ ਵਾਸਤੇ, ਪੁੰਨ ਕਰੇ, ਦਾਨ ਕਰੇ, ਹਉਮੈ ਬਹੁ ਰਤਨਾ, ਘਿਓ ਪਾ ਕੇ ਕਿੰਨਾ ਸਾਰਾ ਹੋਮ ਜੱਗ ਕਰੇ, ਅਗਨੀ ਦੇ ਵਿੱਚ ਜਿਹੜਾ ਹੈ ਘਿਓ ਵਾਰ-ਵਾਰ ਪਾਈ ਜਾਵੇ, ਫਿਰ ਸਰੀਰ ਕਟਾਏ ਹਉਮੈ ਕਰ ਰਾਤੀ, ਭਾਵੇਂ ਆਪਣਾ ਸਰੀਰ ਕਟਾ ਕੇ ਉਸ ਅੱਗ ਦੇ ਵਿੱਚ ਕਿਉਂ ਨਾ ਪਾ ਦੇਵੇ, ਰੱਤੀ ਕਰਕੇ, ਛੋਟਾ ਕਰਕੇ। ਵਰਤ ਨੇਮ ਕਰੇ ਬਹੁ ਭਾਂਤੀ, ਕਈ ਤਰ੍ਹਾਂ ਦੇ ਵਰਤ ਰੱਖੇ, ਕਈ ਤਰ੍ਹਾਂ ਦੇ ਨੇਮ ਨਿਭਾਵੇ। ਸਤਿਗੁਰ ਕਹਿੰਦੇ ਇੰਨਾ ਕੁਝ ਕਰਨ ਦੇ ਨਾਲ ਵੀ ਸਤਿਗੁਰ ਕਹਿੰਦੇ ਨਹੀਂ ਤੁਲ ਰਾਮ ਨਾਮ ਵਿਚਾਰ, ਰਾਮ ਪ੍ਰਭੂ ਪਰਮੇਸ਼ਰ ਦੇ ਨਾਮ ਦੇ ਬਰਾਬਰ ਜਿਹੜਾ ਹੈ ਇਹ ਨਹੀਂ ਪੁੱਜ ਸਕਦੇ। ਭਾਵੇਂ ਵਿਚਾਰ ਕਰਕੇ ਸਿੱਖਾ ਵੇਖ ਲਾ, ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ। ਸਤਿਗੁਰ ਕਹਿੰਦੇ ਭਾਈ ਸਿੱਖਾ ਗੁਰੂ ਵੱਲ ਨੂੰ ਮੁੱਖ ਕਰਕੇ ਗੁਰੂ ਵੱਲੋਂ ਬਖਸ਼ਿਆ ਨਾਮ ਜਿਹੜਾ ਇੱਕ ਵਾਰੀ ਜਪ ਲਾ, ਤੈਨੂੰ ਇਹ ਉੱਪਰਲੇ ਕਰਮ ਕਾਂਡ ਕਰਨ ਦੀ ਲੋੜ ਹੀ ਨਹੀਂ ਪੈਣੀ। ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਨੌ ਖੰਡ ਪ੍ਰਿਥਵੀ, ਸਤਿਗੁਰ ਕਹਿੰਦੇ ਭਾਵੇਂ 9 ਖੰਡਾਂ ਦੀ ਪ੍ਰਿਥਵੀ ਹੈ, ਉਹਨੂੰ ਫਿਰ ਆਵੇ, ਘੁੰਮ ਆਵੇ, ਸਾਰੀ ਪ੍ਰਿਥਵੀ ਫਿਰ ਆਵੇ ਤੇ ਫਿਰ ਚਿਰ ਜੀਵੈ, ਤੇ ਸਦੀਵੀ ਬੜੇ ਚਿਰ ਲੰਬੀ ਆਰਜਾ ਹੋਵੇ, ਲੰਬੀ ਉਮਰ ਮਨੁੱਖ ਦੀ ਹੋ ਜਾਵੇ, ਸਾਰੀ ਪ੍ਰਿਥਵੀ ਦਾ ਭ੍ਰਮਣ ਕਰ ਲਏ, 9 ਖੰਡ ਪ੍ਰਿਥਵੀ ਜਿੰਨੀ ਵੀ ਹੈ ਪ੍ਰਿਥਵੀ, ਸਾਰੀ ਪ੍ਰਿਥਵੀ ਨੂੰ ਘੁੰਮ ਫਿਰ ਆਵੇ ਤੇ ਉਹਦੀ ਉਮਰ ਕਈ ਲੱਖਾਂ ਹਜ਼ਾਰਾਂ ਸਾਲ ਹੋਵੇ, ਫਿਰ ਚਿਰ ਜੀਵੈ, ਲੰਬੇ ਸਮੇਂ ਤੱਕ ਜੀਂਦਾ ਰਹੇ। ਜਿਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਵੇ, ਤੇ ਹੋਰ 10 ਗੁਣਾ ਮਨੁੱਖ ਦੀ ਆਰਜਾ ਹੋ ਜਾਵੇ, ਇੰਨੀ ਲੰਬੀ ਮਨੁੱਖ ਦੀ ਆਰਜਾ ਹੋ ਜਾਵੇ ਤੇ ਸਾਰੀ ਧਰਤੀ ਦਾ ਉਹਨੇ ਭ੍ਰਮਣ ਕਰ ਲਵੇ। ਮਹਾ ਉਦਾਸ ਤਪੀਸਰ ਥੀਵੈ, ਤੇ ਜਗਤ ਵੱਲੋਂ ਉਪਰਾਮ ਹੋ ਜੇ, ਮਹਾ ਉਦਾਸ, ਉਦਾਸੀ ਜਿਹੜਾ ਹੋ ਜਾਵੇ, ਭਾਵ ਸੰਸਾਰ ਵੱਲੋਂ ਮੋਹ ਛੱਡ ਦੇਵੇ, ਤਪੀਸਰ ਥੀਵੈ, ਤੇ ਵੱਡਾ ਤਪਸਵੀ ਬਣ ਜਾਵੇ, ਤਪ ਕਰੇ, ਇੰਨੀ ਲੰਬੀ ਉਮਰ ਹੋਵੇ ਕਿ ਸਾਰੇ ਸੰਸਾਰ ਨਾਲੋਂ ਸੰਸਾਰ ਨੂੰ ਛੱਡ ਕੇ ਤਪੀ ਬਣ ਕੇ ਬੈਠਾ ਰਵੇ ਇੱਕ ਜਗ੍ਹਾ ਦੇ ਉੱਤੇ ਕਿ ਮੈਂ ਤਪੀਸਰ ਹੈ, ਬਹੁਤ ਵੱਡਾ ਤਪੀਸਰ ਹਾਂ। ਤਪੀਸਰ ਥੀਵੈ ਭਾਵ ਤਪੀਸਰ ਬਣ ਜਾਵੇ। ਅਗਨ ਮਾਏ ਹੋਮਤ ਪ੍ਰਾਨ, ਸਤਿਗੁਰ ਕਹਿੰਦੇ ਅਗਨ ਮਾਏ ਹੋਮਤ ਪ੍ਰਾਨ, ਅੱਗ ਵਿੱਚ ਆਪਣੀ ਜਿੰਦ ਜਿਹੜੀ ਆ ਹਵਨ ਕਰ ਦੇਵੇ, ਭਾਵ ਅੱਗ ਦੇ ਲਾਗੇ ਬੈਠਾ ਪਰਮੇਸ਼ਰ ਨੂੰ ਸਿਮਰੀ ਜਾਵੇ, ਭਾਵੇਂ ਉਸ ਅੱਗ ਦੇ ਵਿੱਚ ਕਿਤੇ ਆਪਣੇ ਲਹੂ ਦੀ ਆਹੂਤੀ ਦੇਵੇ, ਭਾਵੇਂ ਆਪਣਾ ਅੰਗ ਕਿਉਂ ਨਾ ਉਹਦੇ ਵਿੱਚ ਪਾ ਲਵੇ। ਕਨਿਕ ਅਸਵ ਹੈਵਰ ਭੂਮ ਦਾਨ, ਤੇ ਭਾਵੇਂ ਕਨਿਕ ਦਾ ਅਰਥ ਹੁੰਦਾ ਸੋਨਾ, ਅਸਵ ਦਾ ਅਰਥ ਹੁੰਦਾ ਹੈ ਘੋੜੇ, ਤੇ ਹੈਵਰ ਦਾ ਅਰਥ ਹੁੰਦਾ ਹੈ ਹੈਵਰ ਭੂਮ ਦਾਨ, ਸੋਨਾ ਘੋੜੇ ਤੇ ਵਧੀਆ ਘੋੜੇ, ਹੈਵਰ ਦਾ ਅਰਥ ਵੀ ਘੋੜੇ ਹੁੰਦਾ ਹੈ, ਤੇ ਵਧੀਆ ਤੋਂ ਵਧੀਆ ਸ੍ਰੇਸ਼ਟ ਘੋੜੇ ਤੇ ਭੂਮ ਦਾਨ, ਤੇ ਜਿੰਨੀ ਭੂਮੀ ਹੈ ਆਪਣੀ ਉਹ ਵੀ ਦਾਨ ਚ ਦੇ ਦੇਵੇ। ਕਨਿਕ ਪੁਰਾਣੇ ਜਿਹੜੇ ਰਾਜੇ ਸਨ ਨਾ ਸਾਧ ਸੰਗਤ, ਉਹ ਇੰਝ ਹੀ ਕਰਦੇ ਸਨ, ਉਹ ਆਪਣਾ ਸਾਰਾ ਕੁਛ ਨਾ, ਜਦੋਂ ਉਹਨਾਂ ਨੂੰ ਕਿਸੇ ਨੇ ਉਪਦੇਸ਼ ਦੇਣਾ ਜੀ ਆਓ ਤੁਸੀਂ ਇਹ ਰਾਜ ਬੜਾ ਕਮਾਉਂਦੇ ਹੋ ਤੇ ਤੁਹਾਨੂੰ ਮੁਕਤੀ ਪ੍ਰਾਪਤ ਨਹੀਂ ਹੋਣੀ,
ਉਹ ਫਿਰ ਕਿਸੇ ਦੇ ਪਿੱਛੇ ਲੱਗ ਕੇ ਆਪਣਾ ਸਾਰਾ ਕੁਝ ਦਾਨ ਕਰ ਦਿੰਦੇ ਸੀ। ਸੋਨਾ ਵੀ ਦੇ ਦੇਣਾ, ਹਾਥੀ ਘੋੜੇ ਵੀ ਦਾਨ ਕਰਕੇ ਤੇ ਕਹਿਣਾ ਮੈਂ ਹੁਣ ਜੰਗਲਾਂ ਨੂੰ ਚੱਲਿਆ ਪਰਮੇਸ਼ਰ ਨੂੰ ਲੱਭਣ ਵਾਸਤੇ। ਸਤਿਗੁਰ ਕਹਿੰਦੇ ਭਾਵੇਂ ਜਿੰਨਾ ਸੋਨਾ ਹੈ ਤੇਰੇ ਕੋਲ ਉਹ ਵੀ ਦਾਨ ਕਰ ਦੇ, ਭਾਵੇਂ ਤੇਰੇ ਕੋਲ ਚੰਗੀਆਂ ਸਵਾਰੀਆਂ ਚੰਗੇ ਘੋੜੇ ਹਨ ਉਹ ਵੀ ਦਾਨ ਕਰ ਦੇ, ਤੇਰੇ ਕੋਲ ਜਿੰਨੀ ਭੂਮੀ ਹੈ ਉਹ ਵੀ ਦਾਨ ਕਰ ਦੇ। ਕਨਿਕ ਅਸਵ ਹੈਵਰ ਭੂਮ ਦਾਨ, ਨਿਉਲੀ ਕਰਮ ਕਰੈ ਬਹੁ ਆਸਣ। ਨਿਉਲੀ ਕਰਮ, ਇਹ ਨਿਉਲੀ ਕਰਮ ਯੋਗ ਦੇ ਵਿੱਚ ਆਉਂਦੇ ਆ। ਸਾਧ ਸੰਗਤ ਯੋਗ ਦਾ ਇੱਕ ਸਾਧਨ ਮੰਨਿਆ ਜਾਂਦਾ ਨਿਉਲੀ ਕਰਮ। ਇਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੇ ਯੋਗੀ ਲੋਕ ਹੁੰਦੇ ਆ ਉਹ ਆਪਣੇ ਅੰਦਰ ਨੂੰ ਸਾਰੇ ਨੂੰ ਸਾਫ਼ ਕਰਦੇ ਆ, ਨਿਉਲੀ ਕਰਮ ਸ਼ੁੱਧ ਕਰਦੇ ਆ। ਸਵੇਰੇ ਸਵੇਰੇ ਜੋ ਪੇਟ ਸਾਫ਼ ਹੁੰਦਾ ਹੈ, ਕਈ ਐਸੇ ਯੋਗੀ ਹੁੰਦੇ ਆ ਆਪਣੇ ਮੂੰਹ ਥਾਣੀ ਰੱਸੀ ਪਾ ਕੇ ਗੁਦਾ ਥਾਣੀ ਕੱਢ ਕੇ ਆਪਣੇ ਜਾਂ ਨਾੜੀਆਂ ਸਾਫ਼ ਕਰਦੇ ਆ। ਇਹਨੂੰ ਨਿਵਲੀ ਕਰਮ, ਨਿਉਲੀ ਕਰਮ ਜਾਂ ਨਿਵਲੀ ਕਰਮ ਕਿਹਾ ਜਾਂਦਾ ਹੈ। ਅੰਦਰ ਪੇਟ ਦੀਆਂ ਜਿੰਨੀਆਂ ਨਾੜੀਆਂ ਉਹਨਾਂ ਨੂੰ ਸਾਫ਼ ਕਰਦੇ ਆ। ਫਿਰ ਅੰਦਰ ਨੂੰ ਸਵਾਸ ਖਿੱਚ ਕੇ ਆਪਣੇ ਢਿੱਡ ਨੂੰ ਵਾਰ-ਵਾਰ ਘੁਮਾਉਂਦੇ ਆ, ਜਿਵੇਂ ਰਾਮਦੇਵ ਨੂੰ ਤੁਸੀਂ ਦੇਖਿਆ ਹੋਏਗਾ ਯੋਗ ਕਰਦੇ ਨੂੰ। ਤੇ ਉਹ ਜਦੋਂ ਅੰਦਰ ਨੂੰ ਪੇਟ ਖਿੱਚ ਕੇ ਵਾਰ-ਵਾਰ ਘੁਮਾਉਂਦੇ ਆ ਉਹਨੂੰ ਨਿਵਲੀ ਕਰਮ ਕਿਹਾ ਜਾਂਦਾ ਹੈ। ਫਿਰ ਆਪਣੇ ਵੱਖ-ਵੱਖ ਜਿੰਨੀਆਂ ਵੀ ਨਾੜਾਂ ਹਨ ਉਹਨਾਂ ਦੇ ਵਿੱਚ ਹਵਾ ਭਰ ਕੇ ਉਹਨਾਂ ਨੂੰ ਸਾਫ਼ ਕਰਦੇ ਆ। ਸਤਿਗੁਰ ਕਹਿੰਦੇ ਨਿਉਲੀ ਕਰਮ ਮਨੁੱਖ ਕਰੀ ਜਾਵੇ, ਨਿਉਲੀ ਕਰਮ ਕਰੇ ਬਹੁ ਆਸਣ। ਫਿਰ ਜਿੰਨੇ ਮਰਜ਼ੀ ਬੈਠ ਕੇ ਆਸਣ ਲਾਈ ਜਾਵੇ, ਕੋਈ ਪਦਮ ਆਸਣ, ਕੋਈ ਸ਼ਿਵ ਆਸਣ, ਕਈ ਤਰ੍ਹਾਂ ਦੇ ਜਿਹੜੇ ਯੋਗ ਦੇ ਆਸਣ ਹਨ ਉਹ ਬੈਠਾ ਲਾਈ ਜਾਵੇ। ਜੈਨ ਮਾਰਗ ਸੰਜਮ ਅਤ ਸਾਧਨ। ਜੈਨ ਮਾਰਗ, ਹੁਣ ਜੈਨੀਆਂ ਦਾ ਮਾਰਗ ਹੁੰਦਾ ਹੈ। ਉਹ ਜੈਨੀ ਲੋਕ ਜਿਹੜੇ ਹਨ ਉਹ ਆਪਣੇ ਮੂੰਹ ਤੇ ਕੱਪੜਾ ਬੰਨ੍ਹ ਕੇ ਰੱਖਦੇ ਆ, ਫਿਰ ਹੱਥ 'ਚ ਝਾੜੂ ਫੜਿਆ ਹੁੰਦਾ ਹੈ ਤੇ ਅੱਗੇ ਅੱਗੇ ਫੇਰਦੇ ਜਾਂਦੇ ਆ, ਤੇ ਫਿਰ ਜਿਹੜਾ ਆ ਨੰਗੇ ਪੈਰੀ ਚੱਲਦੇ ਆ। ਬੜਾ ਕਠਿਨ ਇਹਨਾਂ ਦਾ ਮਾਰਗ ਹੁੰਦਾ ਹੈ। ਇਹ ਕਹਿੰਦੇ ਆ ਜੀਵ ਹੱਤਿਆ ਕਰਨਾ ਪਾਪ ਹੈ। ਜਿਹੜੇ ਅੰਦਰ ਵੀ ਸਾਡੇ ਜੀਵ ਨਾ ਜਾਣ, ਆਪਣੇ ਸਿਰ ਤੱਕ ਨੂੰ ਮੁੰਡਾ ਕੇ ਰੱਖਦੇ ਆ ਕਿ ਉਹਦੇ ਵਿੱਚ ਜੂਆਂ ਨਾ ਪੈ ਜਾਣ। ਇਸ ਤਰ੍ਹਾਂ ਇਹ ਜਿਹੜਾ ਆਪਣਾ ਜੀਵਨ ਬਤੀਤ ਕਰਦੇ, ਬੜਾ ਔਖਾ ਮਾਰਗ ਹੁੰਦਾ ਇਹਨਾਂ ਦਾ। ਜੈਨ ਮਾਰਗ ਸੰਜਮ ਅਤ ਸਾਧਨ। ਸਤਿਗੁਰ ਕਹਿੰਦੇ ਸੰਜਮ ਰੱਖੇ ਬੜਾ ਜ਼ਿਆਦਾ, ਸੰਜਮ ਕਰੇ ਤੇ ਕਈ ਤਰੀਕਿਆਂ ਦੇ ਨਾਲ ਕਈ ਸਾਧਨ ਵਰਤ ਕੇ ਸੰਜਮ ਕਰੇ। ਆਪਣੇ ਸਰੀਰ ਤੇ ਆਪਣੀ ਇੰਦਰੀਆਂ ਤੇ ਕੰਟਰੋਲ ਕਰਨ ਵਾਸਤੇ ਕਈ ਸੰਜਮ ਵਰਤੇ, ਕਈ ਤਰ੍ਹਾਂ ਦੇ ਸੰਜਮ ਵਰਤ ਕੇ ਆਪਣੀਆਂ ਇੰਦਰੀਆਂ ਨੂੰ ਕੰਟਰੋਲ ਕਰਨ ਦਾ ਯਤਨ ਕਰੇ, ਆਪਣੇ ਵੱਸ ਕਰਨ ਦਾ ਯਤਨ ਕਰੇ। ਜੈਨੀ ਹੋ ਜਾਵੇ, ਕਠਿਨ ਮਾਰਗ ਤੇ ਚੱਲੇ, ਆਪਣੇ ਹੱਥ ਦੇ ਵਿੱਚ ਝਾੜੂ ਲੈ ਕੇ ਮੂੰਹ ਬੰਨ੍ਹ ਕੇ ਸਰੀਰ ਦੇ ਸਾਰੇ ਵਾਲ ਕਟਾ ਕੇ ਚੱਲੇ ਭਾਵੇਂ, ਤੇ ਭਾਵੇਂ ਸੰਜਮ ਰੱਖ ਕੇ ਆਪਣੀ ਇੰਦਰੀਆਂ ਤੇ ਕਾਬੂ ਕਰਨਾ ਸਿੱਖ ਲਵੇ ਮਨੁੱਖ ਕਈ ਸਾਧਨਾਂ ਦੇ ਨਾਲ। ਨਿਮਖ ਨਿਮਖ ਕਰ ਸਰੀਰ ਘਟਾਵੈ। ਸਤਿਗੁਰ ਕਹਿੰਦੇ ਭਾਵੇਂ ਰੱਤਾ ਰੱਤਾ ਕਰਕੇ, ਛੋਟਾ ਛੋਟਾ ਕਰਕੇ ਆਪਣਾ ਸਰੀਰ ਨੂੰ ਕਟਾ ਲਵੇ, ਆਪਣੇ ਸਰੀਰ ਨੂੰ ਛੋਟਾ ਛੋਟਾ ਕਰਕੇ ਵੀ ਕਿਉਂ ਨਾ ਕਟਾ ਲਵੇ। ਤੋ ਪੀ ਹਉਮੈ ਮੈਲ ਨਾ ਜਾਵੈ। ਸਤਿਗੁਰ ਕਹਿੰਦੇ ਇੰਨਾ ਕੁਝ ਕਰਨ ਦੇ ਨਾਲ ਵੀ ਮਨ ਦੇ ਵਿੱਚੋਂ ਸਿੱਖਾ ਮੈਲ ਨਹੀਂ ਹੋ ਜਾਂਦੀ। ਇੰਨਾ ਕੁਝ ਕਰਨ ਦੇ ਨਾਲ। ਆਓ ਫਿਰ ਆਪਾਂ ਇਸ ਪੌੜੀ ਵਾਲੇ ਕਰੀ ਝਾਤ ਮਾਰੀਏ ਕਿ ਕਿਹੜੇ ਕਰਮ ਹਨ, ਤੇ ਫਿਰ ਆਪਾਂ ਜਿਹੜਾ ਹੈ ਅੱਗੇ ਚੱਲਦੇ ਹਾਂ। ਪਹਿਲਾ ਕਰਮ ਸਤਿਗੁਰਾਂ ਨੇ ਇਸ ਪੌੜੀ 'ਚ ਦੱਸਿਆ ਹੈ, ਨਿਉਲੀ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ। ਇਸ ਨੌ ਖੰਡ ਦੀ ਪ੍ਰਿਥਵੀ ਭਾਵ ਸਾਰੀ ਪ੍ਰਿਥਵੀ ਦੇ ਉੱਤੇ ਦੂਰ ਦੂਰ ਚਲਾ ਜਾਵੇ, ਘੁੰਮ ਫਿਰ ਆਵੇ, ਫਿਰ ਉਹਦੀ ਆਰਜਾ, ਉਹਦੀ ਉਮਰ ਬੜੀ ਲੰਬੀ ਹੋਵੇ, ਕਈ ਯੁਗਾਂ ਦੀ ਲੰਬੀ ਉਹਦੀ ਉਮਰ ਹੋਵੇ। ਫਿਰ ਮਹਾ ਉਦਾਸੀ ਹੋਵੇ, ਬਹੁਤ ਤਕੜਾ ਉਦਾਸੀ, ਕਿਸੇ ਨਾਲ ਗੱਲ ਵੀ ਨਾ ਕਰੇ ਸੰਸਾਰੀ ਦੇ ਨਾਲ। ਫਿਰ ਤਪੀ ਏਡਾ ਵੱਡਾ ਹੋਵੇ ਕਿ ਤਪ ਕਰ ਕਰਕੇ ਆਪਣੇ ਸਰੀਰ ਨੂੰ ਸਾਧਿਆ ਹੋਵੇ। ਫਿਰ ਅਗਨਮਾਏ ਹੋਮਤ ਪ੍ਰਾਨ, ਫਿਰ ਅੱਗ ਦੇ ਵਿੱਚ ਆਪਣੇ ਪ੍ਰਾਣ ਦੇ ਦੇਵੇ, ਭਾਵ ਅੱਗ ਦੇ ਹਵਾਲੇ ਆਪਣੀ ਜਿੰਦ ਕਰ ਦੇਵੇ, ਅੱਗ ਦੇ ਲਾਗੇ ਬੈਠਾ ਰਹੇ ਤਪ ਕਰਦਾ ਕਰਦਾ। ਕਨਿਕ ਅਸਵ ਹੈਵਰ ਭੂਮਦਾਨ, ਫਿਰ ਭਾਵੇਂ ਸੋਨਾ ਹਾਥੀ ਜਿੰਨਾ ਕੁ ਮਰਜ਼ੀ ਆ ਉਹਦੇ ਕੋਲ ਉਹਨਾਂ ਨੂੰ ਦਾਨ ਕਰ ਦੇਵੇ, ਘੋੜਿਆਂ ਨੂੰ, ਭੂਮੀ ਨੂੰ, ਸਾਰਾ ਕੁਝ ਦਾਨ ਕਰ ਦੇਵੇ। ਨਿਉਲੀ ਕਰਮ ਕਰੇ, ਬਹੁ ਆਸਨ ਕਰੇ, ਜਿਹੜੇ ਯੋਗ ਦੇ ਆਸਨ ਹਨ ਉਹਨਾਂ ਨੂੰ ਕਰੀ ਜਾਵੇ ਜਿੰਨਾ ਮਰਜ਼ੀ। ਫਿਰ ਜੈਨੀਆਂ ਵਾਂਗੂ ਜਿਹੜਾ ਹੈ ਭਿਕਸ਼ੂ ਬਣ ਜਾਵੇ ਤੇ ਮੂੰਹ ਤੇ ਕੱਪੜਾ ਬੰਨ ਕੇ ਹੱਥ 'ਚ ਝਾੜੂ ਲੈ ਕੇ ਨੰਗੇ ਪੈਰੀ ਚੱਲਦਾ ਫਿਰੇ। ਸੰਜਮ ਅਤ ਸਾਧਨ, ਕਈ ਸੰਜਮ ਵਰਤੇ ਆਪਣੀਆਂ ਇੰਦਰੀਆਂ ਨੂੰ ਜਿਹੜਾ ਹੈ ਵੱਸ 'ਚ ਕਰਨ ਵਾਸਤੇ। ਨਿਮਕ ਨਿਮਕ ਕਰ ਸਰੀਰ ਕਟਾਵੇ, ਨਿਮਕ ਨਿਮਕ ਛੋਟਾ ਛੋਟਾ ਕਰਕੇ ਭਾਵੇਂ ਆਪਣੇ ਸਰੀਰ ਨੂੰ ਕਟਾ ਲਵੇ, ਪਰ ਸਤਿਗੁਰ ਕਹਿੰਦੇ ਤੋ ਪੀ ਹਉਮੈ ਮੈਲ ਨਾ ਜਾਵੇ। ਤਾਂ ਵੀ ਸਿੱਖਾ ਹਉਮੈ ਦੀ ਮੈਲ ਕਦੀ ਖਤਮ ਨਹੀਂ ਹੁੰਦੀ, ਕਿਉਂਕਿ ਫਿਰ ਮਨੁੱਖ ਕਹਿੰਦਾ ਕਿ ਮੈਂ ਇਹ ਕਰਮ ਕੀਤਾ, ਮੈਂ ਬੜਾ ਵੱਡਾ ਤਪੀ ਹਾਂ, ਮੈਂ ਬੜਾ ਵੱਡਾ ਤਪੀਸਰ ਹਾਂ,
ਤਪੀ ਲੋਕ ਐਸੇ ਹੁੰਦੇ ਸਨ, ਜੇ ਕੋਈ ਇਹਨਾਂ ਦੇ ਲਾਗੇ ਚਲਾ ਜਾਵੇ, ਕੋਈ ਇਹਨਾਂ ਨੂੰ ਤੰਗ ਕਰੇ, ਉਹਨੂੰ ਸ਼ਰਾਬ ਤੱਕ ਦੇ ਦਿੰਦੇ ਸਨ। ਇੰਨਾ ਆਪਣੇ ਤਪ ਦਾ ਬਲ ਵਿਖਾਉਂਦੇ ਸਨ। ਤੇ ਜਿਨ੍ਹਾਂ ਕੋਲ ਰਿਧੀਆਂ ਸਿੱਧੀਆਂ ਤਪ ਕਰਕੇ ਆ ਜਾਂਦੀਆਂ ਸੀ, ਉਹ ਤੇ ਬੰਦੇ ਨੂੰ ਬੰਦਾ ਨਹੀਂ ਸੀ ਸਮਝਦੇ, ਉਹ ਤੇ ਹਰ ਕਿਸੇ ਨੂੰ ਆਪਣੇ ਕੰਟਰੋਲ ਦੇ ਵਿੱਚ ਲਿਆ ਕੇ ਉਹਦੇ ਕੋਲ ਕੰਮ ਕਰਵਾ ਲੈਂਦੇ ਸਨ। ਐਸੇ ਐਸੇ ਤਪੀ ਤਪੀਸਰ ਹੋਏ ਆ। ਇਸ ਕਰਕੇ ਸਤਿਗੁਰ ਕਹਿੰਦੇ, ਭਾਈ ਸਿੱਖਾ, ਇੰਨਾ ਕੁਝ ਕਰਨ ਦੇ ਨਾਲ ਹਉਮੈ ਦੀ ਮੈਲ ਨਹੀਂ ਮਰਦੀ, ਇਹਦੇ ਨਾਲ ਸਗੋਂ ਹਉਮੈ ਹੋਰ ਵੱਧ ਜਾਂਦੀ ਹੈ। ਹੋਰ ਹਉਮੈ ਵੱਧਦੀ ਆ ਕਿ ਮੈਂ ਬੜਾ ਦਾਨੀ ਆ, ਮੈਂ ਗਹਿਣੇ ਦਾਨ ਕਰ ਦਿੱਤੇ, ਮੈਂ ਘੋੜੇ ਦਾਨ ਕਰ ਦਿੱਤੇ, ਮੈਂ ਤੇ ਤਪੀ ਬੜਾ ਤਕੜਾ ਹੋ ਗਿਆ, ਬਹੁਤ ਵੱਡਾ ਤਪੀ ਹੋ ਗਿਆ, ਮੈਂ ਤੇ ਸਾਰੀ ਪ੍ਰਿਥਵੀ ਘੁੰਮ ਲਈ, ਮੈਂ ਤੇ ਇੰਨੀ ਲੰਬੀ ਉਮਰ ਆਪਣੀ ਕਰ ਲਈ ਯੋਗ ਸਾਧਨ ਕਰਕੇ। ਸਤਿਗੁਰ ਕਹਿੰਦੇ ਸਾਰਾ ਕੁਝ ਹਉਮੈ ਵੱਲ ਨੂੰ ਲੈ ਕੇ ਜਾਂਦਾ ਹੈ। ਜਿਹੜੇ ਯੋਗ ਅਭਿਆਸ ਕਰਦੇ ਨਾ, ਉਹਨਾਂ ਦੀ ਹਉਮੈ ਵੀ ਨਹੀਂ ਮੁੱਕਦੀ। ਤੁਸੀਂ ਵੇਖ ਹੀ ਸਕਦੇ ਹੋ, ਕਈ ਐਸੇ ਹਨ, ਉਹ ਕਹਿੰਦੇ ਸਾਡੇ ਤੋਂ ਵੱਡਾ ਕੋਈ ਬੰਦਾ ਹੀ ਨਹੀਂ ਹੈਗਾ, ਤਾਂ ਵੀ ਹਉਮੈ ਮੈਲ ਨਾ ਜਾਵੇ। ਸਗੋਂ ਹਉਮੈ ਦੀ ਮੈਲ ਵੱਧ ਜਾਂਦੀ ਹੈ, ਘਟਦੀ ਨਹੀਂ ਹੈ। ਭਾਈ ਸਿੱਖਾ, ਇੰਨਾ ਕੁਝ ਕਰਨ ਦੇ ਨਾਲ ਹਉਮੈ ਦੀ ਮੈਲ ਖਤਮ ਨਹੀਂ ਹੁੰਦੀ। ਫਿਰ ਮਹਾਰਾਜ ਸਾਨੂੰ ਦੱਸੋ ਕਿ ਹਉਮੈ ਖਤਮ ਕਿਵੇਂ ਹੁੰਦੀ ਹੈ, ਕਿਹੜਾ ਤਰੀਕਾ ਅਪਣਾਉਣ ਦੇ ਨਾਲ ਹਉਮੈ ਖਤਮ ਹੁੰਦੀ ਹੈ। ਮਹਾਰਾਜ ਕਹਿੰਦੇ ਆ, ਹਰ ਕੇ ਨਾਮ ਸਮਸਰ ਕਛ ਨਾਹੇ। ਸਤਿਗੁਰ ਕਹਿੰਦੇ ਹਰੀ ਦੇ ਨਾਮ ਦੇ ਬਰਾਬਰ, ਸਮਸਰ ਦਾ ਅਰਥ ਬਰਾਬਰ, ਕਛ ਨਾਹੇ, ਕੁਛ ਵੀ ਨਹੀਂ ਹੈ ਭਾਈ ਸਿੱਖਾ ਪਰਮੇਸ਼ਰ ਦੇ ਨਾਮ ਦੇ ਬਰਾਬਰ। ਹਰ ਕੇ ਨਾਮ ਸਮਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ। ਭਾਈ ਸਿੱਖਾ, ਜੇ ਹਉਮੈ ਖਤਮ ਕਰਨੀ ਆ ਨਾ, ਤੇ ਗੁਰੂ ਵੱਲ ਨੂੰ ਮੁੱਖ ਕਰ ਲਾ, ਤੇ ਗੁਰੂ ਵੱਲੋਂ ਬਖਸ਼ਿਆ ਨਾਮ ਜਿਹੜਾ ਹੈ ਨਾ, ਵਾਹਿਗੁਰੂ, ਉਹਨੂੰ ਜਪ, ਤੇ ਉਹਨੂੰ ਜਪਣ ਦੇ ਨਾਲ ਤੈਨੂੰ ਮੁਕਤੀ ਪ੍ਰਾਪਤ ਹੋਏਗੀ। ਇੰਨਾ ਕੁਝ ਕਰਨ ਦੇ ਨਾਲ ਮੁਕਤੀ ਨਹੀਂ ਪ੍ਰਾਪਤ ਹੋਣੀ। ਜੋ ਮਰਜ਼ੀ ਕਰ ਲੈ, ਜੋ ਮਰਜ਼ੀ ਕਰ ਲੈ, ਉਹਦੇ ਨਾਲ ਮੁਕਤੀ ਤੈਨੂੰ ਪ੍ਰਾਪਤ ਨਹੀਂ ਹੋਣੀ। ਉੱਪਰ ਜੋ ਵੀ ਦੱਸਿਆ ਹੈ, ਉਹਦੇ ਨਾਲ ਜਿਹੜਾ ਹੈ, ਇਹ ਨਾਮ ਦੇ ਬਰਾਬਰ ਕੁਛ ਵੀ ਨਹੀਂ ਹੈ। ਜਿੰਨਾ ਵੀ ਕੁਝ ਹੈ, ਭਾਵੇਂ ਉਹ ਨਿਉਲੀ ਕਰਮ ਹਨ, ਭਾਵੇਂ ਜੈਨ ਮਾਰਗ ਹੈ, ਭਾਵੇਂ ਜਿੰਨੇ ਵੀ ਸਾਧਨ ਹਨ, ਭਾਵੇਂ ਸਰੀਰ ਨੂੰ ਛੋਟਾ ਛੋਟਾ ਕੱਟ ਕੇ ਭਾਵੇਂ ਦਾਨ ਕਰਦੇ, ਕੱਟ ਕੇ ਅੱਗ 'ਚ ਪਾਲਾ, ਪਰ ਪਰਮੇਸ਼ਰ ਦੇ ਨਾਮ ਦੇ ਬਰਾਬਰ ਕੁਝ ਵੀ ਨਹੀਂ ਹੈ। ਪਰਮੇਸ਼ਰ ਦੇ ਨਾਮ ਦੇ ਤੁੱਲ ਕੁਛ ਵੀ ਨਹੀਂ ਹੈ। ਹਰ ਕੇ ਨਾਮ ਸਮਸਰ ਕਛ ਨਾਹੇ। ਇਸ ਕਰਕੇ ਭਾਈ ਸਿੱਖਾ, ਗੁਰਮੁਖ ਨਾਮ ਜਪਤ ਗਤ ਪਾਹੇ। ਪਰਮੇਸ਼ਰ ਦਾ ਨਾਮ ਜਪ, ਗੁਰੂ ਵੱਲੋਂ ਬਖਸ਼ਿਆ ਨਾਮ ਜਪ, ਤਾਂ ਕਿ ਤੈਨੂੰ ਗਤੀ ਪ੍ਰਾਪਤ ਹੋ ਜਾਵੇ, ਤਾਂ ਕਿ ਤੈਨੂੰ ਮੁਕਤੀ ਪ੍ਰਾਪਤ ਹੋ ਜਾਵੇ। ਮਨ ਕਾਮਨਾ ਤੀਰਥ ਦੇਹ ਛੁੱਟੈ। ਮਨ ਕਾਮਨਾ, ਕਈਆਂ ਦੇ ਮਨ ਦੀ ਇੱਕ ਕਾਮਨਾ ਹੁੰਦੀ ਹੈ ਕਿ ਤੀਰਥ ਜਿਹੜਾ ਹੈ ਨਾ, ਉੱਥੇ ਜਾ ਕੇ ਮੈਂ ਆਪਣੀ ਦੇਹ ਤਿਆਗਾਂ, ਮੈਂ ਹਰਿਦੁਆਰ ਜਾ ਕੇ ਆਪਣੀ ਦੇਹ ਤਿਆਗਾਂ। ਕਈ ਕਾਂਸੀ ਜਾ ਕੇ ਆਪਣੀ ਦੇਹ ਤਿਆਗਦੇ ਸੀ। ਸਤਿਗੁਰ ਕਹਿੰਦੇ, ਭਾਵੇਂ ਮਨ ਦੇ ਵਿੱਚ ਕਈਆਂ ਦੀ ਕਾਮਨਾ ਹੁੰਦੀ ਹੈ ਕਿ ਮੇਰੀ ਮੌਤ ਤੀਰਥ ਤੇ ਜਾ ਕੇ ਹੋਵੇ ਤੇ ਮੈਨੂੰ ਮੁਕਤੀ ਪ੍ਰਾਪਤ ਹੋ ਜਾਵੇ। ਮਹਾਰਾਜ ਕਹਿੰਦੇ ਕਈਆਂ ਦੀ ਇਹ ਇੱਛਾ ਹੁੰਦੀ ਹੈ। ਗਰਭ ਗੁਮਾਨ ਨਾ ਮਨ ਤੇ ਹੁਟੈ। ਸਤਿਗੁਰ ਕਹਿੰਦੇ ਇਸ ਤਰ੍ਹਾਂ ਕਰਨ ਦੇ ਨਾਲ ਵੀ ਮਨ ਤੇ ਗੁਮਾਨ ਜਿਹੜਾ ਉਹ ਖਤਮ ਨਹੀਂ ਹੁੰਦਾ। ਭਾਵੇਂ ਤੀਰਥ ਤੇ ਜਾ ਕੇ ਵਸ ਜਾਵੇ ਕਿ ਮੈਂ ਤੀਰਥ ਦਾ ਵਾਸੀ ਹੋ ਗਿਆ, ਮੈਂ ਇੱਥੇ ਮਰਾਂਗਾ, ਤੇ ਇਹਦੇ ਵਿੱਚ ਤਾਂ ਵੀ ਹੰਕਾਰ ਆ ਜਾਂਦਾ ਕਿ ਮੈਂ ਆਪਣਾ ਸਾਰਾ ਕੁਝ ਆਪਣੇ ਧੀਆਂ ਪੁੱਤਰਾਂ ਨੂੰ ਦੇ ਆਇਆ, ਜਾਂ ਕਹਿ ਦਿੰਦਾ ਕਿ ਮੈਂ ਸਾਰਾ ਕੁਝ ਦਾਨ ਕਰ ਆਇਆ, ਤੇ ਹੁਣ ਮੇਰੀ ਦੇਹ ਜਿਹੜੀ ਆ ਉਹ ਇੱਥੇ ਛੁੱਟੇ ਤੀਰਥ ਦੇ ਉੱਤੇ, ਤੇ ਨਾਲੇ ਉੱਥੇ ਤੀਰਥ ਤੇ ਬਹਿ ਕੇ ਲੋਕਾਂ ਨੂੰ ਦੱਸਦਾ ਫਿਰਦਾ ਹੈ ਕਿ ਭਾਈ ਮੈਂ ਆਪਣਾ ਸਾਰਾ ਕੁਝ ਦਾਨ ਕਰਕੇ ਆਇਆ ਇਸ ਤੀਰਥ ਤੇ, ਮੈਂ ਆਪਣਾ ਸਾਰਾ ਕੁਝ ਆਪਣੇ ਧੀਆਂ ਪੁੱਤਰਾਂ ਨੂੰ ਦੇ ਕੇ ਆਇਆ, ਸਾਰਾ ਕੁਝ ਛੱਡ ਕੇ ਆਇਆ। ਤੇ ਮਹਾਰਾਜ ਕਹਿੰਦੇ ਫਿਰ ਗੁਮਾਨ ਗਰਭ ਨਹੀਂ ਹੈ ਤੇ ਹੋਰ ਕੀ ਹੈ। ਗਰਭ ਗੁਮਾਨ ਨਾ ਮਨ ਤੇ ਹੁਟੈ। ਇਹ ਮਨ ਤੋਂ ਖਤਮ ਨਹੀਂ ਹੁੰਦੇ, ਸਗੋਂ ਹੰਕਾਰ ਵੱਧਦਾ ਹੀ ਹੈ। ਸੋਚ ਕਰੈ ਦਿਨਸ ਅਰ ਰਾਤ। ਦਿਨ ਰਾਤ ਆਪਣੇ ਸਰੀਰ ਨੂੰ ਸੁੱਚਿਆ ਕਰਦਾ ਰਵੇ, ਦਿਨ ਰਾਤ ਧੋਂਦਾ ਰਵੇ, ਦਿਨ ਰਾਤ ਇਹਨੂੰ ਸਾਫ਼ ਕਰਨ ਦਾ ਯਤਨ ਕਰੇ ਕਿ ਮੇਰਾ ਸਰੀਰ ਜਿਹੜਾ ਗੰਦਾ ਹੀ ਨਾ ਹੋਵੇ। ਵਾਰ-ਵਾਰ ਇਹਨੂੰ ਧੋਣ ਦਾ ਯਤਨ ਕਰੇ ਦਿਨ ਰਾਤ। ਸੋਚ ਕਰੇ ਦਿਨ ਸੇ ਅਰ ਰਾਤ, ਭਾਵ ਦਿਨ ਰਾਤ ਉਹਨਾਂ ਤੀਰਥਾਂ ਤੇ ਨਹਾਈ ਜਾਵੇ, ਦਿਨੇ ਵੀ ਨਹਾਵੇ, ਰਾਤ ਨੂੰ ਵੀ ਨਹਾਵੇ, ਹਰ ਵੇਲੇ ਉਹਦੇ ਵਿੱਚ ਡੁਬਕੀਆਂ ਮਾਰਦਾ ਰਵੇ। ਮਨ ਕੀ ਮੈਲ ਨਾ ਤਨ ਤੇ ਜਾਤ। ਪਰ ਸਤਿਗੁਰ ਕਹਿੰਦੇ ਮੈਲ ਤੇ ਭਲਿਆ ਤੇਰੇ ਮਨ ਨੂੰ ਲੱਗੀ ਹੋਈ ਆ, ਤੇ ਸਾਫ਼ ਤੂੰ ਤਨ ਕਰੀ ਜਾਂਦਾ ਇਹਦੇ ਵਿੱਚ, ਤੀਰਥ ਦੇ ਵਿੱਚ ਜਾ ਕੇ। ਮਨ ਨੂੰ ਮੈਲ ਲੱਗੀ ਆ ਤੇ ਸਾਫ਼ ਤੂੰ ਤੀਰਥ ਚ ਨਹਾ ਕੇ ਕਰੀ ਜਾਂਦਾ। ਇਸ ਤਰ੍ਹਾਂ ਮਨ ਦੀ ਮੈਲ ਥੋੜੀ ਉਤਰ ਸਕਦੀ ਹੈ। ਮਨ ਕੀ ਮੈਲ ਨਾ ਤਨ ਤੇ ਜਾਤ। ਤਨ ਨੂੰ ਸਾਫ਼ ਕਰਨ ਦੇ ਨਾਲ ਮਨ ਦੀ ਮੈਲ ਥੋੜੀ ਖਤਮ ਹੋ ਸਕਦੀ ਹੈ। ਇਸ ਕਰਕੇ ਸਤਿਗੁਰਾਂ ਨੇ ਕਿਹਾ ਹੈ ਕਿ ਸੋਚ ਕਰੇ ਦਿਨ ਸੇ ਅਰ ਰਾਤ, ਦਿਨ ਰਾਤ ਨਹਾਈ ਜਾਵੇ। ਮੈਲ ਜਿਹੜੀ ਉਹ ਮਨ ਨੂੰ ਲੱਗੀ ਹੈ
ਤੇ ਤਨ ਦੇ ਧੋਤਿਆਂ ਗੱਲ ਨਹੀਂ ਬਾਨੀ। ਤਨ ਤੇ ਜਾਤ ਨਾ ਤਨ ਤੇ ਜਾਤ, ਤਨ ਨੂੰ ਧੋਤਿਆਂ ਮਨ ਦੀ ਮੈਲ ਕਦੀ ਵੀ ਖਤਮ ਨਹੀਂ ਹੁੰਦੀ। ਇਸ ਦੇਹੀ ਕੋ ਬਹੁ ਸਾਧਨਾ ਕਰੈ, ਇਸ ਦੇਹੀ ਨੂੰ, ਇਹ ਸਰੀਰ ਨੂੰ ਬਹੁਤ ਸਾਧਨਾ ਕਰੇ, ਕਈ ਉਦਮ ਕਰੇ ਸਰੀਰ ਦੀ ਖਾਤਰ, ਇਹਨੂੰ ਸਾਫ਼ ਕਰਨ ਦੀ, ਇਹਨੂੰ ਸਾਧਨ ਦੀ ਖਾਤਰ, ਭਾਵ ਇਹਨੂੰ ਸਾਫ਼ ਰੱਖਣ ਦੀ ਖਾਤਰ, ਇਹਨੂੰ ਪਵਿੱਤਰ ਕਰਨ ਦੀ ਖਾਤਰ, ਇਸ ਦੇਹੀ ਨੂੰ ਕਿ ਮੇਰੀ ਦੇਹ ਪਵਿੱਤਰ ਹੋ ਜਾਵੇ। ਸਤਿਗੁਰ ਕਹਿੰਦੇ ਲੱਖਾਂ ਯਤਨ ਕਰ ਲਵੇ ਇਸ ਦੇਹੀ ਨੂੰ ਪਵਿੱਤਰ ਰੱਖਣ ਦੇ, ਸਾਫ਼ ਰੱਖਣ ਦੇ। ਦੇਹੀ ਤੇ ਸਾਫ਼ ਨਹੀਂ ਹੋ ਸਕਦੀ। ਮਨ ਤੇ ਕਬਹੂ ਨਾ ਵਿਖਿਆ ਟਰੈ। ਸਤਿਗੁਰ ਕਹਿੰਦੇ ਪਰ ਮਨ ਜਿਹੜਾ ਹੈ ਨਾ, ਮਨ ਤੇਰਾ ਭਾਈ ਸਿੱਖਾ, ਉਹ ਜਿਹੜਾ ਮਨ ਹੈ ਨਾ, ਉਸ ਮਨ ਤੇ ਕਬੂ ਨਾ ਵਿਖਿਆ ਟਰੈ। ਉਸ ਮਨ ਤੋਂ ਮਾਇਆ ਦੀ ਜਿਹੜੀ ਪਾਹ ਹੈ ਨਾ, ਵਿਖਿਆ ਦਾ ਅਰਥ ਵੈਸੇ ਹੁੰਦਾ ਹੈ ਜ਼ਹਿਰ, ਤੇ ਇੱਥੇ ਆਪਾਂ ਜ਼ਹਿਰ ਵਰਗੀ ਹੁੰਦੀ ਹੈ ਮਾਇਆ, ਮਾਇਆ ਅਰਥ ਕਰਾਂਗੇ। ਮਨ ਤੇ ਕਬੂ ਨਾ ਵਿਖਿਆ ਟਰੈ, ਮਨ ਤੋਂ ਜਿਹੜੀ ਹੈ ਨਾ ਉਹ ਮਾਇਆ ਕਦੇ ਵੀ ਨਹੀਂ ਉਤਰਦੀ। ਭਾਵੇਂ ਦੇਹੀ ਨੂੰ ਜਿੰਨੇ ਮਰਜ਼ੀ ਸਾਧਨ ਕਰ ਕਰਕੇ ਸਾਫ਼ ਰੱਖੀ ਜਾਵੇ ਕਿ ਮੇਰੀ ਦੇਹੀ ਦੇ ਉੱਤੇ ਇੱਕ ਕਿਣਕਾ ਮਿੱਟੀ ਨਾ ਪਵੇ, ਇੰਨਾ ਕੁਝ ਕਰੇ, ਮਨ ਤੇ ਕਬੂ ਨਾ ਵਿਖਿਆ ਟਰੈ। ਸਤਿਗੁਰ ਕਹਿੰਦੇ ਮਨ ਤੋਂ ਕਦੀ ਵੀ ਮਾਇਆ ਦੀ ਮੈਲ ਨਹੀਂ ਉਤਰਨੀ ਸਰੀਰ ਨੂੰ ਸਾਫ਼ ਰੱਖਣ ਦੇ ਨਾਲ। ਇੱਥੇ ਇਹ ਕਹਿਣ ਤੋਂ ਭਾਵ ਨਹੀਂ ਕਿ ਹੁਣ ਸਿੱਖ ਨੇ ਗੰਦੇ ਹੀ ਬਣ ਕੇ ਰਹਿਣਾ, ਆਪਣਾ ਇਸ਼ਨਾਨ ਨਹੀਂ ਕਰਨਾ, ਇਹ ਉਹ ਗੱਲ ਨਹੀਂ ਹੈ। ਇਹ ਉਹਨਾਂ ਦੀ ਗੱਲ ਸਤਿਗੁਰੂ ਕਰ ਰਿਹਾ ਜਿਹੜੇ ਸਿਰਫ ਨਹਾਉਣ ਨੂੰ ਹੀ ਧਰਮ ਦਾ ਕਰਮ ਸਮਝੀ ਫਿਰਦੇ ਆ। ਸਿਰਫ ਨਹਾਉਣਾ ਧਰਮ ਦਾ ਕਰਮ ਨਹੀਂ ਹੈ, ਇਹ ਸਤਿਗੁਰਾਂ ਨੇ ਕਿਹਾ ਹੈ। ਇਸ ਕਰਕੇ ਸਿਰਫ ਨਹਾਉਣ ਨੂੰ ਧਰਮ ਦੇ ਕਰਮ ਕਰਨ ਵਾਲਿਆਂ ਦੀ ਗੱਲ ਹੈ। ਸਰੀਰ ਨੂੰ ਸਾਫ਼ ਰੱਖਣਾ ਹੈ, ਆਪਣਾ ਆਪਾ ਸਵਾਰ ਕੇ ਰੱਖਣਾ ਹੈ, ਕਿਉਂਕਿ ਨਾਮਦਾਨ ਇਸ਼ਨਾਨ ਸਤਿਗੁਰਾਂ ਨੇ ਵੀ ਦ੍ਰਿੜ ਕਰਵਾਇਆ ਸਿੱਖ ਨੂੰ। ਪਰ ਜੇ ਇਕੱਲਾ ਨਹਾਉਣ ਦੇ ਨਾਲ ਹੀ ਪਰਮੇਸ਼ਰ ਮਿਲ ਜੇ, ਨਹਾਉਣ ਦੇ ਨਾਲ ਹੀ ਸਾਰਾ ਕੁਝ ਕਹੀ ਜਾਵੇ ਕਿ ਮੇਰੇ ਧਰਮ ਦੀ ਪ੍ਰਾਪਤੀ ਹੋ ਜੇ, ਇਸ ਤਰ੍ਹਾਂ ਗੱਲ ਨਹੀਂ ਬਣਨੀ। ਮਹਾਰਾਜ ਕਹਿੰਦੇ ਮਨ ਤੇ ਕਬੂ ਨਾ ਵਿਖਿਆ ਟਰੈ। ਮਨ ਤੇ ਕਦੇ ਵੀ ਜਿਹੜੀ ਮਾਇਆ ਉਹ ਨਹੀਂ ਟਲਦੀ। ਮਾਇਆ ਦਾ ਪ੍ਰਭਾਵ ਮਨ ਤੋਂ ਖਤਮ ਨਹੀਂ ਹੁੰਦਾ, ਭਾਵੇਂ ਦੇਹ ਨੂੰ ਜਿੰਨਾ ਮਰਜ਼ੀ ਸਾਫ਼ ਕਰ ਲਾ, ਦੇਹ ਨੂੰ ਜਿੰਨਾ ਮਰਜ਼ੀ ਸਾਧ ਲਾ। ਜਲ ਧੋਵੈ ਬਹੁ ਦੇਹ ਅਨੀਤ। ਸਤਿਗੁਰ ਕਹਿੰਦੇ ਸਰੀਰ ਜਿਹੜਾ ਨਾਸ਼ਵੰਤ ਹੈ, ਇਹਨੂੰ ਵਾਰ-ਵਾਰ ਭਾਵੇਂ ਪਾਣੀ ਦੇ ਨਾਲ ਧੋਈ ਜਾਵੇ। ਜਲ ਧੋਵੈ ਬਹੁ ਦੇਹ ਅਨੀਤ, ਬਹੁਤ ਵਾਰੀ ਦੇਹ ਅਨੀਤ, ਇਸ ਦੇਹ ਨੂੰ, ਅਨੀਤ ਦਾ ਅਰਥ ਹੈ ਜਿਹੜੀ ਨਹੀਂ ਰਹਿਣ ਵਾਲੀ, ਨਾਸ਼ਵੰਤ। ਇਸ ਨਾਸ਼ਵੰਤ ਦੇਹ ਨੂੰ ਭਾਈ ਭਾਵੇਂ ਲੱਖਾਂ ਵਾਰੀ ਧੋਈ ਜਾਓ। ਜਲ ਧੋਵੈ ਬਹੁ ਦੇਹ ਅਨੀਤ, ਜਿਹੜੀ ਰਹਿਣੀ ਨਹੀਂ ਹੈ, ਇਹਨੂੰ ਭਾਵੇਂ ਵਾਰ-ਵਾਰ ਧੋਈ ਜਾਓ। ਸੁੱਧ ਕਾਂ ਹੋਏ ਕਾਚੀ ਭੀਤ। ਮਹਾਰਾਜ ਕਹਿੰਦੇ ਕਦੀ ਕੱਚੀ ਕੰਧ ਉਹ ਸ਼ੁੱਧ ਹੋਈ ਆ? ਕਦੀ ਕੱਚੀ ਕੰਧ ਹੋਵੇ, ਉਹਦੇ ਉੱਤੇ ਪਾਣੀ ਪਾਇਆ ਜਾਵੇ ਤੇ ਉਹ ਕਦੀ ਪਵਿੱਤਰ ਹੋਈ ਆ? ਉਹਦੇ ਵਿੱਚ ਤੇ ਹੋਰ ਮਿੱਟੀ ਨਿਕਲ ਲੱਗ ਜਾਂਦੀ ਹੈ। ਆਪ ਜੀ ਨੇ ਦੇਖਿਆ ਹੋਏਗਾ ਕਈ ਵਾਰੀ ਕੰਧਾਂ ਕੱਚੀਆਂ ਹੁੰਦੀਆਂ ਜਿਨ੍ਹਾਂ ਨੂੰ ਗਾਰੇ ਦੇ ਨਾਲ ਭਰਿਆ ਜਾਂਦਾ ਹੈ, ਤੇ ਜਦੋਂ ਉਹਦੇ ਤੇ ਪਾਣੀ ਪਾਈ ਜਾਓ, ਜਿੰਨਾ ਪਾਣੀ ਪਾਈ ਜਾਓਗੇ ਉਹਦੇ ਵਿੱਚੋਂ ਤੇ ਮਿੱਟੀ ਨਿਕਲ ਹੀ ਆਉਣੀ ਆ। ਇਸ ਤਰ੍ਹਾਂ ਸਾਡੀ ਜਿਹੜੀ ਦੇਹ ਆ ਨਾ, ਇਹ ਕਦੀ ਵੀ ਸਾਫ਼ ਨਹੀਂ ਹੋ ਸਕਦੀ, ਕਿਉਂਕਿ ਅਸੀਂ ਜਲ ਪਾਣੀ ਛਕਿਆ ਤੇ ਉਹਦੇ ਨਾਲ, ਜਲ ਪਾਣੀ ਛਕਣ ਦੇ ਨਾਲ ਫੇਰ ਜਿਹੜਾ ਮੂੰਹ ਜੂਠਾ ਹੋ ਜਾਂਦਾ ਹੈ। ਫਿਰ ਉਸ ਤੋਂ ਬਾਅਦ ਜਦੋਂ ਟਾਇਲਟ ਜਾਂਦੇ ਆ, ਬਾਥਰੂਮ ਜਾਂਦੇ ਆ, ਉਹਦੇ ਨਾਲ ਫੇਰ ਸਰੀਰ ਜਿਹੜਾ ਅਪਵਿੱਤਰ ਹੋ ਜਾਂਦਾ। ਇਹ ਤੇ ਕਦੀ ਨਹੀਂ ਸਾਫ਼ ਹੋਣਾ। ਸਤਿਗੁਰੂ ਕਹਿੰਦੇ ਇਹਦੇ ਧੋਤਿਆਂ ਗੱਲ ਨਹੀਂ ਬਣਨੀ। ਸੁੱਧ ਕਾਂ ਹੋਏ ਕਾਚੀ ਭੀਤ। ਜਿਵੇਂ ਕੱਚੀ ਕੰਧ, ਭੀਤ ਦਾ ਅਰਥ ਹੁੰਦਾ ਹੈ ਕੰਧ, ਜਿਵੇਂ ਕੱਚੀ ਕੰਧ ਦੇ ਉੱਤੇ ਪਾਣੀ ਪਾਈ ਜਾਓ ਤੇ ਉਹਦੇ ਵਿੱਚੋਂ ਕਈ ਤੁਸੀਂ ਕਹੋ ਕਿ ਪਾਣੀ ਦੇ ਨਾਲ ਇਹ ਸਾਫ਼ ਹੋ ਜਾਏਗੀ, ਉਹ ਸਾਫ਼ ਨਹੀਂ ਹੁੰਦੀ, ਸਗੋਂ ਉਹਦੇ ਵਿੱਚੋਂ ਮਿੱਟੀ ਹੋਰ ਨਿਕਲੀ ਆਉਂਦੀ ਹੈ। ਭਾਈ ਸਿੱਖਾ, ਇਹ ਜਿਹੜੀ ਦੇਹ ਨੂੰ ਵਾਰ-ਵਾਰ ਧੋਣਾ ਹੈ ਨਾ, ਵਾਰ-ਵਾਰ ਇਹਨੂੰ ਸਾਫ਼ ਰੱਖਦਾ ਹੈ, ਇਸ ਨੂੰ ਸਾਫ਼ ਰੱਖਣ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੈ। ਇਹਦੇ ਨਾਲ ਹੰਕਾਰ ਵੱਧਦਾ ਹੈ, ਕਿਉਂਕਿ ਇਸ ਦੇਹ ਨੇ ਕਦੀ ਵੀ ਸਾਫ਼ ਨਹੀਂ ਹੋਣਾ। ਮਨ ਹਰ ਕੇ ਨਾਮ ਕੀ ਮਹਿਮਾ ਊਚ। ਸਤਿਗੁਰੂ ਫਿਰ ਕੀ ਕੀਤਾ ਜਾਵੇ? ਮਹਾਰਾਜ ਕਹਿੰਦੇ ਭਾਈ ਸਿੱਖਾ, ਜੇ ਮਨ ਨੂੰ ਸਵਾਰਨਾ ਹੀ ਨਾ, ਤੇ ਹਰ ਕੇ ਨਾਮ ਕੀ ਮਹਿਮਾ ਊਚ, ਪਰਮੇਸ਼ਰ ਦੇ ਨਾਮ ਦੀ ਜਿਹੜੀ ਮਹਿਮਾ ਨਾ ਸਭ ਤੋਂ ਉੱਚੀ, ਤੇ ਤੂੰ ਪਰਮੇਸ਼ਰ ਦੇ ਨਾਮ ਦੀ ਵਡਿਆਈ ਇਸ ਮਨ ਨੂੰ ਸਿਖਾ। ਮਨ ਹਰ ਕੇ ਨਾਮ ਕੀ ਮਹਿਮਾ ਊਚ, ਮਨਾ ਹਰੀ ਦੇ ਨਾਮ ਦੀ ਮਹਿਮਾ ਸਭ ਤੋਂ ਉੱਚੀ ਹੈ। ਇਸ ਮਨ ਨੂੰ ਸਿੱਖਾ, ਆਪਣੇ ਨੂੰ ਸਮਝਾ ਕਿ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਜਪ, ਉਹਦੀ ਮਹਿਮਾ ਸਭ ਤੋਂ ਉੱਚੀ ਹੈ, ਉਹਦੀ ਵਡਿਆਈ ਸਭ ਤੋਂ ਉੱਚੀ ਹੈ। ਇੰਨਾ ਕੁਛ ਕਰਨ ਦੇ ਨਾਲ, ਦੇਹੀ ਨੂੰ ਧੋਣ ਦੇ ਨਾਲ, ਦੇਹੀ ਨੂੰ ਸਾਫ਼ ਰੱਖਣ ਦੇ ਨਾਲ, ਹਰਿਦੁਆਰ ਜਾ ਕੇ, ਗੰਗਾ ਤੇ ਜਾ ਕੇ ਉੱਥੇ ਮਰਨ ਦੇ ਨਾਲ, ਉੱਥੇ ਸਰੀਰ ਤਿਆਗਣ ਦੇ ਨਾਲ ਪ੍ਰਾਪਤੀ ਨਹੀਂ ਹੈ। ਉੱਥੇ ਜਾ ਕੇ ਕੁਛ ਨਹੀਂ ਪ੍ਰਾਪਤ ਹੋਣਾ। ਮਨ ਹਰ ਕੇ ਨਾਮ ਕੀ ਮਹਿਮਾ ਊਚ, ਹਰੀ ਦੇ ਨਾਮ ਦੀ ਬੜੀ ਵੱਡੀ ਮਹਿਮਾ ਹੈ ਮੇਰਿਆ ਮਨਾ। ਨਾਨਕ ਨਾਮ ਉਧਰੇ ਪਤਿਤ ਬਹੁ ਮੂਚ। ਇਹ ਨਾਮ ਐਸਾ ਹੈ, ਸਤਿਗੁਰੂ ਕਹਿੰਦੇ ਆ
ਜਿਹਨੂੰ ਜਪਣ ਦੇ ਨਾਲ ਪਤਿਤ ਮਨੁੱਖ ਵੀ, ਜਿਨ੍ਹਾਂ ਦੇ ਜੀਵਨ ਦੇ ਵਿੱਚ ਕਿੰਨੇ ਵਕਾਰ ਕਮਾਏ ਹਨ, ਲੱਖਾਂ ਹੀ ਵਕਾਰ ਜਿਨ੍ਹਾਂ ਨੇ ਆਪਣੇ ਜੀਵਨ 'ਚ ਕਮਾਏ ਹੋਣ, ਨਾਨਕ ਨਾਮ ਉਧਰੇ ਪਤਿਤ ਬਹੁ ਮੂਚ, ਅਨੇਕਾਂ ਹੀ ਮੰਦ ਕਰਮੀ, ਬਹੁ ਮੂਚ ਬਹੁਤ ਅਣਗਿਣਤ ਉਹ ਮਨੁੱਖ ਜਿਨ੍ਹਾਂ ਨੇ ਵਿਕਾਰ ਹੀ ਸਾਰੀ ਉਮਰ ਕਮਾਏ ਹੋਣ, ਜੇ ਉਹ ਵੀ ਪਰਮੇਸ਼ਰ ਦਾ ਨਾਮ ਸਿਮਰ ਲਵੇ, ਉਹਦਾ ਵੀ ਉਧਾਰ ਹੋ ਜਾਂਦਾ, ਉਹਦਾ ਵੀ ਕਲਿਆਣ ਹੋ ਜਾਂਦਾ। ਇਸ ਕਰਕੇ ਸਿੱਖਾ ਆਪਣੇ ਮਨ ਨੂੰ ਇਹ ਗੱਲ ਸਮਝਾ ਕਿ ਨਾਮ ਦੀ ਮਹਿਮਾ ਸਭ ਤੋਂ ਵੱਡੀ ਹੈ। ਸੀ ਨਾ ਗਣਕਾ ਦੇ ਦੁਆਰੇ, ਗਣਕਾ ਕਿੰਨੀ ਪਤਿਤ ਸੀ, ਤੇ ਗਣਕਾ ਦੇ ਦੁਆਰੇ ਜਦੋਂ ਸਾਧੂ ਆਇਆ, ਤੋਤਾ ਦਿੱਤਾ ਉਹਨੂੰ, ਤੇ ਤੋਤੇ ਨੂੰ ਕਿਹਾ ਕਿ ਭਾਈ ਇਹਨੂੰ, ਤੋਤੇ ਨੂੰ ਨਾਲੇ ਤੇ ਖਵਾਇਆ ਕਰਨਾ ਹੀ, ਤੇ ਨਾਲੇ ਇਹਨੂੰ ਕਹਿਣਾ ਬੋਲ ਰਾਮ, ਮਿੱਠੂ ਬੋਲ ਰਾਮ। ਤੇ ਨਾਲੇ ਪਤਿਤ ਸੀ ਗਣਕਾ, ਖਵਾਇਆ ਕਰੇ ਤੋਤੇ ਨੂੰ, ਵੇਸਵਾ ਸੀ, ਤੋਤੇ ਨੂੰ ਨਾਲੇ ਛਕਾਇਆ ਕਰੇ ਚੂਰੀ, ਤੇ ਨਾਲੇ ਕਿਹਾ ਕਰੇ ਤੋਤੇ ਬੋਲ ਰਾਮ, ਤੋਤਾ ਰਾਮ ਬੋਲਿਆ ਕਰੇ। ਇੱਕ ਦਿਨ ਸਵੇਰੇ ਸਵੇਰ ਉੱਠੀ, ਸੱਪ ਨੇ ਤੋਤੇ ਨੂੰ ਜਿਹੜਾ ਸੀ ਮਾਰ ਦਿੱਤਾ ਡੰਕ। ਇਹ ਜਦੋਂ ਉਹਨੂੰ ਚੂਰੀ ਖਵਾਉਣ ਲੱਗੀ ਤੇ ਮੂੰਹ ਚੋਂ ਨਿਕਲਿਆ ਤੋਤੇ ਬੋਲ ਰਾਮ, ਹਜੇ ਰਾਮ ਹੀ ਬੋਲਿਆ ਸੀ ਕਿ ਸੱਪ ਨੇ ਇਹਦੇ ਵੀ ਡੰਕ ਮਾਰ ਦਿੱਤਾ। ਜਦੋਂ ਡੰਕ ਮਾਰਿਆ ਤੇ ਇਹ ਵੀ ਫਿਰ ਦੇਵਲੋਕ ਨੂੰ ਗਈ, ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੋਈ। ਇਹਨਾਂ ਪਤਿਤ ਹੁੰਦਿਆਂ ਹੋਇਆਂ ਵੀ ਪਰਮੇਸ਼ਰ ਦੇ ਨਾਮ ਦੇ ਨਾਲ ਮਨੁੱਖ ਜਿਹੜਾ ਆ ਉਹ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੋ ਜਾਂਦਾ, ਭਾਵੇਂ ਉਹ ਕਿੰਨਾ ਵੀ ਪਤਿਤ ਹੋਵੇ। ਅਗਲੀ ਪੌੜੀ 'ਚ ਸਤਿਗੁਰੂ ਬਖਸ਼ਿਸ਼ ਕਰਦੇ ਆ, ਬਹੁਤ ਸਿਆਣਪ ਜਮ ਕਾ ਭਉ ਵਿਆਪੈ। ਬੜੀਆਂ ਸਿਆਣਪਾਂ ਮਨੁੱਖ ਚੁੱਕੀ ਫਿਰਦਾ ਹੈ ਕਿ ਮੇਰੇ ਵਰਗਾ ਸੰਸਾਰ ਤੇ ਸਿਆਣਾ ਹੀ ਕੋਈ ਨਹੀਂ ਹੈਗਾ। ਜਿਹੜੀ ਗੱਲ ਮੈਨੂੰ ਪਤਾ ਹੈ, ਮੇਰੇ ਤੋਂ ਇਲਾਵਾ ਹੋਰ ਕਿਸੇ ਨੂੰ ਪਤਾ ਹੀ ਨਹੀਂ ਹੈ। ਚਾਰ ਮਨੁੱਖ ਬੈਠੇ ਹੋਣ ਨਾ, ਤੇ ਮਨੁੱਖ ਕਹਿੰਦਾ ਮੇਰੇ ਜਿੰਨਾ ਸਿਆਣਾ ਕੌਣ ਹੈ, ਤੇ ਉਹ ਸਭ ਤੋਂ ਸਿਆਣੀ ਆਪਣੇ ਵੱਲੋਂ ਗੱਲ ਕਰਦਾ ਹੁੰਦਾ ਕਿ ਮੇਰੇ ਜਿੰਨਾ ਕੋਈ ਭਾਈ ਸਿਆਣਾ ਨਹੀਂ। ਜਿਹੜੀ ਗੱਲ ਮੈਂ ਕਹਿ ਦਿੱਤੀ ਇਹ 100% ਸੱਚ ਹੈ। ਸਤਿਗੁਰ ਕਹਿੰਦੇ ਸਿਆਣਪ ਦਾ ਜਿਹੜਾ ਹੰਕਾਰ ਹੈ ਨਾ ਭਾਈ, ਬਹੁਤ ਸਿਆਣਪ ਜਮ ਕਾ ਭਉ ਵਿਆਪੈ, ਇਹਦੇ ਨਾਲ ਜਮਾਂ ਦਾ ਡਰ ਬੜਾ ਰਹਿੰਦਾ ਹੈ। ਸਿਆਣਪ ਨਹੀਂ ਵਰਤਣੀ ਚਾਹੀਦੀ ਆਪਣੀ। ਕਈ ਗੁਰੂ ਦੇ ਕੋਲੋਂ ਆਪਣੀ ਸਿਆਣਪ ਵਰਤਣ ਲੱਗ ਪੈਂਦੇ ਆ ਕਿ ਮੈਨੂੰ ਮਰਿਆਦਾ ਪਤਾ ਹੈ, ਗੁਰੂ ਦੀ ਮਰਿਆਦਾ ਹੀ ਭੁੱਲ ਜਾਂਦੇ ਆ, ਆਪਣੀ ਸਿਆਣਪ ਦੇ ਨਾਲ ਹੀ ਹੋਰ ਕੁਝ ਚਲਾ ਦਿੰਦੇ ਆ। ਮਾਰੇ ਕਹਿੰਦੇ ਫਿਰ ਇਹਨਾਂ ਨੂੰ ਜਮਾਂ ਦਾ ਡਰ ਹੀ ਪੈਣਾ। ਬਹੁਤ ਸਿਆਣਪ ਜਮ ਕਾ ਭਉ ਵਿਆਪੈ, ਜਿਨ੍ਹਾਂ ਨੇ ਇੰਨੀ ਸਿਆਣਪ ਕਰਨੀ ਹੈ, ਜਿਹੜੇ ਗੁਰੂ ਤੋਂ ਵੀ ਉੱਚੇ ਹੋ ਜਾਂਦੇ ਕਈ ਵਾਰ, ਉਹਨਾਂ ਨੂੰ ਤੇ ਫਿਰ ਜਮਾਂ ਦਾ ਡਰ ਰਹਿਣਾ ਹੀ ਹੈ। ਜਮਾਂ ਦੀ ਫਾਹੀ ਉਹਨਾਂ ਨੂੰ ਵਿਆਪਣੀ ਹੈ, ਜਮਾਂ ਦਾ ਫਾਹਾ ਉਹਨਾਂ ਦੇ ਗਲ ਪੈਣਾ ਹੀ ਹੈ। ਮਾਰੇ ਕਹਿੰਦੇ ਅਨੇਕ ਯਤਨ ਕਰ ਤ੍ਰਿਸਨ ਨਾ ਧਰਾਪੈ। ਅਨੇਕਾਂ ਯਤਨ ਕਰਕੇ ਜਿਹੜੀ ਹੈ ਮਾਇਆ ਦੀ ਤਰ੍ਹਾਂ ਉਹ ਖਤਮ ਨਹੀਂ ਹੁੰਦੀ, ਭਾਵੇਂ ਜਿੰਨੇ ਮਰਜ਼ੀ ਸਿਆਣਪ ਵਰਤ ਲਏ ਮਨੁੱਖ। ਅਨੇਕ ਯਤਨ ਕਰ ਤ੍ਰਿਸਨ ਨਾ ਧਰਾਪੈ। ਧਰਾਪੇ ਭਾਵ ਖਤਮ ਨਹੀਂ ਹੁੰਦੀ, ਰੱਜਦੀ ਨਹੀਂ ਤ੍ਰਿਸ਼ਨਾ। ਜਿੰਨੇ ਮਰਜ਼ੀ ਸਿਆਣਾ ਮਨੁੱਖ ਹੋਵੇ ਨਾ, ਉਹਨੂੰ ਵੀ ਤ੍ਰਿਸ਼ਨਾ ਕਈ ਵਾਰੀ ਲੈ ਬਹਿੰਦੀ ਆ। ਉਹ ਕਹਿੰਦਾ ਕਿ ਮੈਂ ਤੇ ਮਾਇਆ ਦੇ ਲਾਗੇ ਨਹੀਂ ਜਾਂਦਾ, ਪਰ ਕਈ ਵਾਰੀ ਐਸੇ ਹਾਲਾਤ ਬਣਦੇ ਆ ਉਹ ਮਾਇਆ ਦੇ ਵਿੱਚ ਹੀ ਖਚਿਤ ਹੋ ਜਾਂਦਾ। ਅਨੇਕ ਯਤਨ, ਭਾਵੇਂ ਜਿੰਨੇ ਮਰਜ਼ੀ ਯਤਨ ਕਰ ਲਾ ਭਾਈ, ਇਹ ਤ੍ਰਿਸ਼ਨਾ ਦੀ ਜਿਹੜੀ ਮੈਲ ਆ ਨਾ, ਤ੍ਰਿਸ਼ਨਾ ਇਹ ਖਤਮ ਨਹੀਂ ਹੋਣੀ। ਤ੍ਰਿਸ਼ਨ ਨਾ ਧਰਾਪੈ। ਭੇਖ ਅਨੇਕ ਅਗਣ ਨਹੀਂ ਬੁੱਝੈ। ਅਨੇਕਾਂ ਭੇਖ ਕਰਨ ਦੇ ਨਾਲ, ਧਾਰਮਿਕ ਪੁਸ਼ਾਕਾਂ ਪਾਉਣ ਦੇ ਨਾਲ, ਜਿੰਨੇ ਮਰਜ਼ੀ ਧਾਰਮਿਕ ਪਹਿਰਾਵੇ ਪਾ ਲਵੇ, ਬਾਹਰੋਂ ਭੇਖੀ ਸਿੱਖ ਬਣ ਜਾਵੇ, ਕਕਾਰ ਵੀ ਧਾਰਨ ਕਰ ਲਵੇ, ਜਾਂ ਕੋਈ ਪੰਡਿਤ ਬਣ ਜਾਵੇ, ਮੱਥੇ ਤੇ ਤਿਲਕ ਲਾ ਲਵੇ, ਭੰਗਵਾ ਚੋਲਾ ਪਾ ਲਵੇ, ਭਾਵੇਂ ਕੋਈ ਮੌਲਵੀ ਬਣ ਜਾਵੇ, ਹੱਥ 'ਚ ਮਾਲਾ ਫੜ ਲਵੇ, ਸਿਰ ਤੇ ਟੋਪੀ ਪਾ ਲਵੇ, ਭਾਵੇਂ ਕੋਈ ਕਿਸੇ ਵੀ ਧਰਮ ਦਾ ਕੋਈ ਭੇਖ ਧਾਰਨ ਕਰ ਲਵੇ, ਭੇਖ ਅਨੇਕ, ਸਤਿਗੁਰੂ ਕਹਿੰਦੇ ਅਗਣ ਨਹੀਂ ਬੁਝੈ। ਭਾਈ ਅੰਦਰਲੀ ਜਿਹੜੀ ਅੱਗ ਆ ਨਾ ਤ੍ਰਿਸ਼ਨਾ ਦੀ, ਵਿਕਾਰਾਂ ਦੀ, ਉਹ ਨਹੀਂ ਬੁਝਦੀ ਇਹਦੇ ਨਾਲ। ਭੇਖ ਕਰਨ ਦੇ ਨਾਲ ਅੰਦਰਲੀ ਅੱਗ ਨਹੀਂ ਬੁਝਣੀ, ਜਿੰਨੇ ਮਰਜ਼ੀ ਭੇਖ ਕਰ ਲੈ। ਕੋਟ ਉਪਾਵ ਦਰਗਹਿ ਨਹੀਂ ਸਿੱਜੈ। ਸਿੱਜੈ ਕੋਟ ਉਪਾਵ, ਕਰੋੜਾਂ ਉਪਾਅ ਕਰਕੇ, ਕਰੋੜਾਂ ਵਸੀਲੇ ਕਰਕੇ ਦਰਗਾਹ ਦੇ ਵਿੱਚ ਦਰਗਹਿ ਨਹੀਂ ਸਿੱਜੈ, ਉੱਥੇ ਸੁਰਖਰੂ ਨਹੀਂ ਹੋਇਆ ਜਾਣਾ। ਦਰਗਾਹ ਦੇ ਵਿੱਚ ਜਿੰਨੇ ਮਰਜ਼ੀ ਯਤਨ ਕਰ ਲਾ, ਇਹ ਨਾ ਸਮਝੀ ਕਿ ਮੈਂ ਦਰਗਾਹ 'ਚ ਕਬੂਲ ਹੋ ਜਾਵਾਂਗਾ, ਇਹ ਨਹੀਂ ਹੋਣਾ। ਪਰਮੇਸ਼ਰ ਦੀ ਦਰਗਾਹ ਦੇ ਵਿੱਚ ਤੂੰ ਕਬੂਲ ਨਹੀਂ ਹੋ ਸਕਦਾ, ਭਾਵੇਂ ਜਿੰਨੇ ਮਰਜ਼ੀ ਯਤਨ ਕਰ ਲਾ। ਛੂਟਸ ਨਾਹੀ ਊਬ ਭਿਆਲ। ਸਤਿਗੁਰ ਕਹਿੰਦੇ ਤੇਰੇ ਕੋਲ ਛੁੱਟਿਆ ਨਹੀਂ ਜਾਣਾ, ਭਾਵੇਂ ਤੂੰ ਪਤਾਲ ਦੇ ਥੱਲੇ ਚਲ ਜਾ। ਊਬ ਭਿਆਲ, ਊਬ ਦਾ ਅਰਥ ਹੁੰਦਾ ਆਕਾਸ਼। ਭਾਵੇਂ ਜਿੰਨਾ ਮਰਜ਼ੀ ਆਕਾਸ਼ਾਂ ਦੇ ਵਿੱਚ ਉੱਡ ਜਾ, ਜਿੰਨਾ ਮਰਜ਼ੀ ਉੱਤੇ ਪਹਾੜਾਂ 'ਚ ਜਾ ਕੇ ਬੈਠਾ ਰਹਿ, ਹੋਰ ਉਸ ਤੋਂ ਉੱਚਾ ਭਾਵੇਂ ਆਕਾਸ਼ਾਂ 'ਚ ਚਲਾ ਜਾ,
ਪਿਆਲ ਦਾ ਅਰਥ ਹੁੰਦਾ ਪਤਾਲ, ਤੇ ਭਾਵੇਂ ਜ਼ਮੀਨ ਪੁੱਟ ਕੇ ਉਹਦੇ ਵਿੱਚ ਬੈਠਾ ਰਹੇ ਗੁਫਾ ਬਣਾ ਕੇ। ਛੂਟ ਸਨਾਹੀ ਊਬ ਪਿਆਲ, ਭਾਈ ਤੇਰੇ ਕੋ ਛੁੱਟਿਆ ਨਹੀਂ ਜਾਣਾ, ਤੇਰੀ ਮੁਕਤੀ ਨਹੀਂ ਹੋਣੀ, ਭਾਵੇਂ ਤੂੰ ਆਕਾਸ਼ਾਂ ਚ ਉੱਡਿਆ ਫਿਰ ਤੇ ਭਾਵੇਂ ਜ਼ਮੀਨ ਦੇ ਵਿੱਚ ਹੇਠਾਂ ਚਲਾ ਜਾ, ਜਿੰਨਾ ਮਰਜ਼ੀ ਕੁਛ ਕਰ ਲਾ, ਭਾਵੇਂ ਗੁਫਾ ਪੁੱਟ ਕੇ ਉਹਦੇ ਚ ਬੈਠ ਕੇ ਸਮਾਧੀ ਲਾ ਕੇ ਬੈਠਾ ਰਹਿ, ਤੇ ਭਾਵੇਂ ਸਭ ਤੋਂ ਉੱਚੀ ਜਿਹੜੀ ਸੰਸਾਰ ਦੀ ਮਾਊਂਟ ਐਵਰੈਸਟ ਵਰਗੀ ਚੋਟੀ ਉੱਤੇ ਬਹਿ ਕੇ ਪਰਮੇਸ਼ਰ ਨੂੰ ਯਾਦ ਕਰੀ ਜਾ, ਉੱਤੇ ਬਹਿ ਕੇ ਭਾਵੇਂ ਤੂੰ ਸਮਾਧੀ ਲਾ ਕੇ ਬੈਠਾ ਰਹਿ, ਛੂਟ ਸਨਾਹੀ ਤਾਂ ਵੀ ਤੇਰੇ ਕੋਲ ਛੁੱਟਿਆ ਨਹੀਂ ਜਾਣਾ, ਮੋਹੇ ਵਿਆਪੈ ਮਾਇਆ ਜਾਲ। ਸਤਿਗੁਰ ਕਹਿੰਦੇ ਜਿਹੜਾ ਮੋਹ ਆ ਨਾ, ਮੋਹ ਹੀ ਵਿਆਪੈ ਮਾਇਆ ਜਾਲ, ਮਾਇਆ ਤੋਂ ਬਚਿਆ ਨਹੀਂ ਜਾ ਸਕਦਾ, ਸਗੋਂ ਜੀਵ ਮਾਇਆ ਦੇ ਜਾਲ 'ਚ ਹੋਰ ਫਸ ਜਾਂਦੇ ਆ। ਮੋਹੀ ਵਿਆਪੇ ਮਾਇਆ ਜਾਲ, ਹੋਰ ਮਾਇਆ ਦਾ ਜਾਲ ਉਹਨਾਂ ਲਈ ਪਰਪੱਕ ਹੋ ਜਾਂਦਾ ਹੈ, ਹੋਰ ਮਾਇਆ 'ਚ ਫਸ ਜਾਂਦੇ, ਭਾਵੇਂ ਉਹ ਜਿੰਨੇ ਮਰਜ਼ੀ ਕਰਮ ਕਾਂਡ ਕਰੀ ਜਾਣ। ਅਵਰ ਕਰਤੂਤ ਸਗਲੀ ਜਮ ਡਾਨੈ, ਸਤਿਗੁਰ ਕਹਿੰਦੇ ਉੱਪਰਲੀਆਂ ਜਿੰਨੀਆਂ ਵੀ ਕਰਤੂਤਾਂ ਹਨ, ਅਵਰ ਕਰਤੂਤ ਜਿੰਨੇ ਵੀ ਕੰਮ ਹਨ, ਸਗਲੀ ਜਮ ਡਾਨੈ, ਉਹਨਾਂ ਸਗਲੀਆਂ ਇਹਨਾਂ ਕਰਤੂਤਾਂ ਦਾ ਕਰਕੇ ਜਮ ਜਿਹੜੇ ਆ ਉਹ ਡੰਡ ਦਿੰਦੇ ਆ, ਡੰਨ ਲਾਉਂਦੇ ਆ, ਭਾਵ ਇਹਨਾਂ ਕਰਤੂਤਾਂ ਦਾ ਕਰਕੇ ਤੈਨੂੰ ਜਮਾਂ ਦੇ ਕੋਲੋਂ ਸਜ਼ਾ ਭੁਗਤਣੀ ਪਵੇਗੀ। ਭਾਵੇਂ ਜੋ ਮਰਜ਼ੀ ਕਰ ਲਾ, ਸਿਆਣਪਾਂ ਵਰਤ ਲੈ, ਭਾਵੇਂ ਸਿਆਣਪਾਂ ਵਰਤ ਲੈ, ਭਾਵੇਂ ਤੂੰ ਅਨੇਕਾਂ ਭੇਖ ਬਣਾ ਲੈ, ਤ੍ਰਿਸ਼ਨਾ ਨੂੰ ਖਤਮ ਕਰਨ ਦੇ ਵਾਸਤੇ ਜੋ ਮਰਜ਼ੀ ਕਰ ਲੈ, ਤੇ ਭਾਵੇਂ ਆਕਾਸ਼ ਚਲਾ ਜਾ, ਤੇ ਭਾਵੇਂ ਧਰਤੀ ਦੇ ਹੇਠਾਂ ਬਹਿ ਜਾ ਕੇ, ਤੇ ਸਤਿਗੁਰ ਕਹਿੰਦੇ ਅਵਰ ਕਰਤੂਤ ਸਗਲੀ ਜਮ ਡਾਨੈ, ਤੈਨੂੰ ਅਖੀਰਲੇ ਸਮੇਂ ਜਮਾਂ ਦੀ ਡੰਨ, ਜਮਾਂ ਦੀ ਫਾਹੀ ਤੇਰੇ ਗਲ 'ਚ ਪੈਣੀ ਹੀ ਪੈਣੀ ਹੈ। ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਜਿਹੜਾ ਇਹ ਮਾਨਿਆ ਨਾ, ਪਰਮੇਸ਼ਰ ਦੇ ਭਜਨ ਤੋਂ ਬਿਨਾ, ਅਕਾਲ ਪੁਰਖ ਦੇ ਭਜਨ ਤੋਂ ਬਿਨਾ ਤਿਲ ਜਿੰਨਾ ਵੀ ਨਹੀਂ ਮੰਨਦਾ, ਭਾਵ ਪਰਮੇਸ਼ਰ ਦੇ ਭਜਨ ਤੋਂ ਬਿਨਾ ਇੱਕ ਤਿਲ ਮਾਤਰ ਵੀ ਇਸ ਕਰਮ ਦਾ ਫਲ ਤੈਨੂੰ ਨਹੀਂ ਮਿਲਣਾ। ਜੋ ਮਰਜ਼ੀ ਕਰ ਲੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ, ਜੋ ਮਰਜ਼ੀ ਕਰ ਲੈ, ਪਰਮੇਸ਼ਰ ਦੇ ਭਜਨ ਤੋਂ ਬਿਨਾ ਤਿਲ ਮਾਤਰ ਵੀ ਤੈਨੂੰ ਫਲ ਜਿਹੜਾ ਨਹੀਂ ਪ੍ਰਾਪਤ ਹੁੰਦਾ, ਤਿਲ ਮਾਤਰ ਵੀ ਤੇਰਾ ਮਨ ਜਿਹੜਾ ਉਹ ਨਹੀਂ ਟਿਕਣਾ। ਹਰ ਕਾ ਨਾਮ ਜਪਤ ਦੁੱਖ ਜਾਏ, ਫਿਰ ਮਹਾਰਾਜ ਕੀ ਕੀਤਾ ਜਾਵੇ? ਸਤਿਗੁਰ ਕਹਿੰਦੇ ਭਾਈ ਹਰੀ ਦਾ ਨਾਮ ਜਪੋ, ਤੇ ਜਿਹਨੂੰ ਜਪਣ ਦੇ ਨਾਲ ਸਾਰੇ ਦੁੱਖ ਮਿਟ ਜਾਂਦੇ ਆ। ਹਰ ਕਾ ਨਾਮ ਜਪਤ ਦੁੱਖ ਜਾਏ, ਸਾਰੇ ਦੁੱਖ ਤੇਰੇ ਖਤਮ ਹੋ ਜਾਣਗੇ ਸਿੱਖਾ, ਹਰੀ ਦਾ ਨਾਮ ਜਪਿਆ ਕਰ। ਨਾਨਕ ਬੋਲੇ ਸਹਿਜ ਸੁਭਾਏ, ਸਤਿਗੁਰ ਕਹਿੰਦੇ ਫਿਰ ਉਸ ਮਨੁੱਖ ਦਾ ਸੁਭਾਅ ਜਿਹੜਾ ਹੈ ਨਾ ਉਹ ਸਹਿਜ ਹੋ ਜਾਂਦਾ ਹੈ, ਉਹਦਾ ਬੋਲਣਾ, ਉਹਦਾ ਕਰਨਾ, ਉਹਦਾ ਚੱਲਣਾ, ਉਹਦਾ ਫਿਰਨਾ ਸਹਿਜ ਹੋ ਜਾਂਦਾ ਹੈ। ਜਿਹੜਾ ਮਨੁੱਖ ਪਰਮੇਸ਼ਰ ਦੇ ਨਾਮ 'ਚ ਜੁੜਦਾ, ਨਾਨਕ ਬੋਲੇ ਸਹਿਜ ਸੁਭਾਏ, ਉਹਦਾ ਬੋਲਣਾ ਵੀ ਸਹਿਜ ਹੋ ਜਾਂਦਾ ਹੈ, ਉਹਦਾ ਜੀਵਨ ਵੀ ਸਹਿਜ ਹੋ ਜਾਂਦਾ ਹੈ, ਉਹਦਾ ਸੁਭਾਅ ਵੀ ਜਿਹੜਾ ਹੈ ਉਹ ਸਹਿਜ ਹੋ ਜਾਂਦਾ ਹੈ। ਪ੍ਰੇਮ ਆ ਜਾਂਦਾ ਉਹਦੇ ਮਨ ਦੇ ਵਿੱਚ, ਪ੍ਰੇਮ ਦੇ ਨਾਲ ਪਰਮੇਸ਼ਰ ਨੂੰ ਸਿਮਰਦਾ ਹੈ, ਪ੍ਰੇਮ ਦੇ ਨਾਲ ਉਹਨੂੰ ਜਪਦਾ ਹੈ। ਸੋ ਭਾਈ ਸਿੱਖਾ, ਪਰਮੇਸ਼ਰ ਦਾ ਨਾਮ ਸਿਮਰਿਆ ਕਰ। ਇਹਨਾਂ ਸਾਰੇ ਕਰਮਾਂ ਦੇ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਆ। ਜੇ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ ਤੇ ਨਾਮ ਤੈਨੂੰ ਜਪਣਾ ਪੈਣਾ ਹੈ। ਸੋ ਇਹਨਾਂ 4 ਪੌੜੀਆਂ ਦੇ ਅੰਦਰ ਸਤਿਗੁਰਾਂ ਨੇ ਨਾਮ ਦੀ ਮਹਿਮਾ ਵਰਣਨ ਕੀਤੀ ਹੈ ਕਿ ਭਾਈ ਨਾਮ ਦੀ ਮਹਿਮਾ ਸਭ ਤੋਂ ਵੱਡੀ ਹੈ। ਜਿਹੜਾ ਮਨੁੱਖ ਨਾਮ ਜਪੇਗਾ ਉਹਨੂੰ ਫਲ ਪ੍ਰਾਪਤ ਹੋਣਗੇ। ਬਾਕੀ ਤੇ ਸਾਰੇ ਸੰਸਾਰ ਦੇ ਕਰਮ ਕਾਂਡ ਹਨ। ਕਰਮ ਕਾਂਡਾਂ ਨੂੰ ਛੱਡ ਕੇ ਭਾਈ ਸਿੱਖਾ ਗੁਰੂ ਦੇ ਵੱਲੋਂ ਬਖਸ਼ਿਆ ਨਾਮ ਜਪ ਲਾ, ਤੇਰਾ ਵੀ ਭਲਾ ਹੋਏਗਾ, ਤੇਰੇ ਪਰਿਵਾਰ ਦਾ ਵੀ ਭਲਾ ਹੋਏਗਾ, ਤੇ ਸਮੁੱਚੇ ਸੰਸਾਰ ਦਾ ਵੀ ਭਲਾ ਹੋਏਗਾ। ਸੋ ਆਪ ਜੀ ਨੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਹੁਣ ਆਪ ਜੀ ਨੇ ਜੇ ਕੁਝ ਪੁੱਛਣਾ ਹੈ ਤੇ ਆਪਣਾ ਮਾਈਕ ਔਨ ਕਰ ਲਓ ਤੇ ਫਿਰ ਆਪਾਂ ਸਮਾਪਤੀ ਵੱਲ ਵਧੀਏ। ਹਾਂਜੀ ਵਾਹਿਗੁਰੂ। ਵਾਹਿਗੁਰੂ। ਠੀਕ ਹੈ ਵਾਹਿਗੁਰੂ ਜੀ, ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਆਪ ਜੀ ਨੇ ਜੁੜਦੇ ਰਹਿਣਾ। ਇਸ ਵੇਲੇ ਦੀ ਕਲਾਸ 'ਚ ਸੁਖਮਨੀ ਸਾਹਿਬ ਦੀ ਸੰਥਿਆ ਚੱਲ ਰਹੀ ਹੈ ਤੇ ਸਵੇਰ ਵਾਲੀ ਕਲਾਸ ਦੇ ਵਿੱਚ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਜਾਣਕਾਰੀ ਜਿਹੜੀ ਹੈ ਉਹ ਚੱਲ ਰਹੀ ਹੈ। ਇਸੇ ਤਰ੍ਹਾਂ ਆਪ ਜੀ ਨੇ ਜੁੜਦੇ ਰਹਿਣਾ, ਕਲਾਸਾਂ ਨਾਲ ਜੁੜ ਕੇ ਲਾਹਾ ਪ੍ਰਾਪਤ ਕਰਨਾ। ਜਿੱਥੇ ਆਪ ਲਾਹਾ ਪ੍ਰਾਪਤ ਕਰਦੇ ਹੋ ਉੱਥੇ ਆਪਣੇ ਪਰਿਵਾਰਾਂ ਨੂੰ, ਰਿਸ਼ਤੇਦਾਰਾਂ ਨੂੰ ਵੀ ਇਹਨਾਂ ਕਲਾਸਾਂ ਨਾਲ ਜੋੜੋ ਤਾਂ ਕਿ ਵੱਧ ਤੋਂ ਵੱਧ ਸੰਗਤ ਜੁੜ ਕੇ ਲਾਹਾ ਲੈ ਸਕੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।